ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 604 592 9191। ਸੋ ਆਓ ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਫਿਰ ਪੜਾਅ ਦਰ ਪੜਾਅ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਜੀ। ਡਾਕਟਰ ਸਾਹਿਬ, IRCC ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਨਵਾਂ ਜਿਹੜਾ ਕੈਨੇਡੀਅਨ ਪਾਸਪੋਰਟ ਜਿਹੜਾ ਕੈਨੇਡੀਅਨ ਸਰਕਾਰ ਨੇ ਬਣਾਇਆ ਉਹਦੇ ਵਿੱਚ ਬਹੁਤ ਸਾਰੀਆਂ ਊਨਤਾਈਆਂ ਨੇ, ਬਹੁਤ ਛੇਤੀ ਖਰਾਬ ਹੋ ਰਿਹਾ ਜੀ। ਉਹਦੀ ਮੇਨ ਜਿਹੜੀ ਊਨਤਾਈ ਕਿਸੇ ਬੰਦੇ ਨੇ ਰਿਪੋਰਟ ਕੀਤੀ ਆ ਜੀ, ਉਹ ਕਹਿੰਦਾ ਮੈਂ ਧੁੱਪੇ ਬੈਠਾ ਸੀ ਉੱਥੇ ਜੀ, ਤੇ ਜਿਹੜਾ ਉਹਦਾ ਕਵਰ ਹੁੰਦਾ ਜਿਹਨੂੰ ਅਸੀਂ ਜਿਲਦ ਕਹਿੰਦੇ ਪੰਜਾਬੀ, ਜੀ ਬਿਲਕੁਲ ਜੀ, ਉਹ ਜਿਲਦ ਜਿਹੜੀ ਹੈ ਉੱਪਰ ਵਾਲਾ ਆ ਉਹ ਮੁੜਨਾ ਸ਼ੁਰੂ ਹੋ ਗਿਆ। ਜਿੱਦਾਂ ਕੋਨੇ ਹੁੰਦੇ ਉਹਦੇ, ਹਾਂਜੀ ਹਾਂਜੀ ਹਾਂਜੀ, ਜਿੱਦਾਂ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿੱਦਾਂ ਤੁਸੀਂ ਆਮ ਪਾਸਪੋਰਟ ਇੰਡੀਆ ਵਾਲਾ ਵੀ ਦੇਖਦੇ ਆ, ਪਹਿਲੇ ਪਾਸਪੋਰਟ ਦੇਖਦੇ ਆ, ਤੇ ਜਿਹੜਾ ਕਵਰ ਬੜਾ ਸਖਤ ਹੁੰਦਾ ਜੀ, ਤੇ ਉਹਦੇ ਵਿੱਚ ਸਾਰੀਆਂ ਕਿਤਾਬਾਂ ਵੀ ਇਦਾਂ ਦੀਆਂ ਹੁੰਦੀਆਂ। ਜੇ ਤੁਹਾਡੇ ਕਵਰ ਜਿਹੜੀ ਜਿਲਦ ਸਖਤ ਨਾ ਹੋਵੇ ਤਾਂ ਅੰਦਰੋਂ ਪੇਜ ਵੀ ਮੁੜਨੇ ਸ਼ੁਰੂ ਹੋ ਜਾਂਦੇ ਜੀ। ਤੇ ਉਹ ਕਹਿੰਦਾ ਬੜੀ ਹੈਰਾਨੀ ਦੀ ਗੱਲ ਹੈ ਵੀ ਜੇ ਤੁਹਾਡਾ ਕਵਰ ਇਦਾਂ ਕਰਨ ਲੱਗ ਪਿਆ, ਮੁੜਨ ਲੱਗ ਪਿਆ, ਤਾਂ ਉਹਦੇ ਨਾਲ ਫਿਰ ਅੰਦਰਲੇ ਪੇਜ ਵੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ। ਤੇ ਉਹਨੇ ਰਿਪੋਰਟ ਕੀਤਾ ਇਹਨਾਂ ਨੂੰ, IRCC ਨੂੰ, ਤੇ ਇਹ ਪਾਸਪੋਰਟ ਕੈਨੇਡਾ ਨੂੰ ਵੀ ਰਿਪੋਰਟ ਕੀਤਾ। ਤਾਂ ਇਹਨਾਂ ਦੀ ਬਹਾਨੇਬਾਜ਼ੀ ਇਦਾਂ ਸੀ ਵੀ ਅਸੀਂ ਤਾਂ ਐਕਸੈਪਟ ਕਰ ਲਵਾਂਗੇ, ਕੋਈ ਗੱਲ ਨਹੀਂ, ਜੇ ਉਹ ਮੁੜਦਾ ਵੀ ਆ ਤਾਂ ਫੇਰ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਹੁਣ ਉਹ ਬੰਦਾ ਕਿਤੇ ਯੂਰਪ 'ਚ ਕੰਮ ਕਰਦਾ ਹੈ ਜੀ, ਉਹ ਕਹਿੰਦਾ ਵੀ ਤੁਸੀਂ ਤਾਂ ਕਰ ਲਓਗੇ, ਤੁਸੀਂ ਆਪਣੀ ਗਲਤੀ ਕੀਤੀ ਹੈ, ਤੁਸੀਂ ਤਾਂ ਮੰਨਦੇ ਆ ਵੀ ਤੁਸੀਂ ਤਾਂ ਆਪਣੀ ਗਲਤੀ ਨੂੰ ਕਵਰ ਕਰਨ ਲਈ ਕਹਿਤਾ ਵੀ ਠੀਕ ਹੈ, ਸਾਡੇ ਤੋਂ ਤਾਂ ਇਹ ਵੀ ਚੱਲੂਗਾ। ਪਰ ਹੁਣ ਮੈਂ ਕਿਸੇ ਹੋਰ ਦੇਸ਼ ਦੇ ਵਿੱਚ ਜਾਣਾ, ਉਹ ਦੇਖਦੇ ਵੀ ਇਹ ਬਿੰਗਾ ਟੇਢਾ ਜਾਂ ਪਾਸਪੋਰਟ ਕਿਹਦਾ ਚੱਕੀ ਲਿਆਉਂਦਾ, ਵੀ ਇਹ ਕਿ ਛੇੜਛਾੜ ਤਾਂ ਨਹੀਂ ਕੀਤੀ ਇਹਦੇ ਨਾਲ। ਇਹ ਪਾਸਪੋਰਟ ਤੇ ਵੈਸੇ ਵੀ ਸ਼ੱਕ ਕਰਦੇ ਆ। ਬਿਲਕੁਲ। ਤੇ ਜੇ ਤੁਹਾਡਾ ਪਾਸਪੋਰਟ ਇੱਕ ਗੁੱਛੂ ਜਿਹਾ ਹੋਇਆ ਹੈ ਨਾ, ਤਾਂ ਉਹਨਾਂ ਨੇ ਇੱਕ ਪਾਸੇ ਬਿਠਾ ਲੈਂਦੇ ਆ ਵੀ ਤੂੰ ਬੈਠ ਹਾਲੇ, ਤਾਂ ਤੇਰੇ ਨਾਲ ਟਾਈਮ ਲੱਗਣਾ ਸਾਨੂੰ, ਅਸੀਂ ਉਸ ਤੋਂ ਬਾਅਦ ਦੇਖਦੇ ਆ ਇਹਦੇ ਨਾਲ ਕੀ ਕਰਨਾ ਕੀ ਨਹੀਂ ਕਰਨਾ ਜੀ। ਇਦਾਂ ਇਹ ਹੈਗੀ ਇੱਕ ਸਿਸਟਮ ਜਿਹੜੀ ਸਾਡੀ ਸਰਕਾਰ ਦੇ ਕਰਮਚਾਰੀ ਕਈ ਵਾਰੀ ਬਿਨਾਂ ਹੀ ਕੋਈ ਸਟੱਡੀ ਕੀਤੇ, ਬਿਨਾਂ ਦੇਖ ਰੇਖ ਕੀਤੇ ਨਾ ਪਾਲਿਸੀ ਬਣਾਉਂਦੇ ਆ, ਕੋਈ ਚੀਜ਼ ਲੈ ਲੈਂਦੇ ਆ ਜੀ। ਇਹਦੇ ਵਿੱਚ ਮਤਲਬ ਪਹਿਲਾਂ ਜਿਹੜਾ ਉਹਨਾਂ ਨੂੰ ਹੋਮਵਰਕ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ, ਸਿੱਧੇ ਤੌਰ ਤੇ ਜਿਹੜੇ ਵੀ ਅਧਿਕਾਰੀ ਨੇ ਉਹ ਅਪਰੂਵ ਕੀਤਾ, ਉਹਨੇ ਇਹ ਨਹੀਂ ਦੇਖਿਆ ਵੀ ਇਹਦੀਆਂ ਵਿੱਚ ਪਾਸਪੋਰਟ ਦੇ ਵਿੱਚ ਅਕਸਰ ਕਿਹੜੀਆਂ ਰਿਕੁਆਇਰਮੈਂਟਸ ਹੁੰਦੀਆਂ ਜੀ, ਤੇ ਕੀ ਉਹ ਪੂਰੀਆਂ ਹੋਈਆਂ ਜਾਂ ਨਹੀਂ। ਉਹਨਾਂ ਨੇ ਪਾਸਪੋਰਟ ਦਾ ਡਿਜ਼ਾਈਨ ਦੇਖ ਕੇ ਤਾਂ ਛੱਡ ਦਿੱਤਾ। ਡਿਜ਼ਾਈਨ ਤੇ ਬਹੁਤ ਚਰਚਾ ਹੁੰਦੀ ਰਹੀ ਹੈ ਪਹਿਲਾਂ। ਬਿਲਕੁਲ। ਹੁਣ ਥੋੜਾ ਦਿਨ ਪਹਿਲਾਂ ਅਰਾਈਵ ਕੈਨ ਇੱਕ ਐਪ ਲਾਈ ਸੀ, ਹਾਂਜੀ ਹਾਂਜੀ, ਉਹਦਾ ਵੀ ਇਹੀ ਹਾਲ ਸੀ। ਉਹਦੇ ਵਿੱਚ ਇੱਕ ਤਾਂ ਊਨਤਾਈਆਂ ਬਹੁਤ ਸੀ, ਦੂਸਰਾ ਉਹਦੀ ਇਹਨਾਂ ਨੇ ਸੋਚਿਆ ਹੀ ਨਹੀਂ ਵੀ ਬਹੁਤ ਬੰਦੇ ਹੈਗੇ ਆ ਕੈਨੇਡਾ ਦੇ ਵਿੱਚ ਕੈਨੇਡੀਅਨ ਹੀ ਜੀ, ਜਿਨ੍ਹਾਂ ਨੂੰ ਉਹ ਭਰਨਾ ਹੀ ਨਹੀਂ ਆਉਂਦਾ। ਉਹ ਬਾਹਰੋਂ ਮੁੜ ਕੇ ਆਉਂਦੇ ਸੀ, ਇਹ ਐਕਸਪੈਕਟ ਕਰਦੇ ਸੀ ਕਿ ਤੁਸੀਂ ਪਹਿਲਾਂ ਅਰਾਈਵ ਕੈਨ ਆਪਣੀ ਐਪ ਭਰ ਕੇ ਆਓ, ਸਾਡੇ ਤੋਂ ਇਨਫੋਰਮੇਸ਼ਨ ਹੋਊਗੀ, ਅਸੀਂ ਫਟਾਫਟ ਕੱਢੀ ਜਾਵਾਂਗੇ। ਪਰ ਅਸਰ ਉਹਦਾ ਉਲਟਾ ਪਿਆ। CBSA ਵਾਲੇ ਜਿਨ੍ਹਾਂ ਦਾ ਕੰਮ ਹੈ ਕਿ ਆਪਣੀ ਸਾਡੀ ਸਿਕਿਉਰਿਟੀ ਨੂੰ ਦੇਖਣਾ ਹੈ ਬਾਰਡਰ ਤੇ, ਉਹ ਵਿਚਾਰੇ ਉਹ ਕਹਿੰਦੇ ਵੀ ਸਾਡਾ ਕੰਮ ਇਹ ਨਹੀਂ ਵੀ ਲੋਕਾਂ ਦੀਆਂ ਐਪਸ ਭਰਨੀਆਂ, ਪਰ ਹੁਣ ਜੇ ਕੋਈ ਬੰਦਾ ਆ ਜਾਂਦਾ ਕਹਿੰਦਾ ਮੈਨੂੰ ਤਾਂ ਭਰਨਾ ਨਹੀਂ ਆਉਂਦਾ, ਉਹਨੂੰ ਦੱਸੋ ਕੀ ਕਰੋਗੇ। ਉਹ ਫਿਰ ਬੈਠੇ ਉਹਨਾਂ ਦਾ ਐਪ ਭਰ ਰਹੇ ਆ ਜੀ, ਉਹਨਾਂ ਦਾ ਵੇਸਟ ਹੋ ਰਿਹਾ ਟਾਈਮ, ਜਿਹੜਾ ਕਿ ਉਹਨਾਂ ਨੂੰ ਉਹਨਾਂ ਦੇ ਬਾਰਡਰ ਸੁਰੱਖਿਅਤ ਕਰਨ ਲਈ ਜਿਹੜੀ ਉਹਨਾਂ ਦੀ ਮੇਨ ਮਹੱਤਵਪੂਰਨ ਕੰਮ ਤਾਂ ਉਹਨਾਂ ਦਾ ਇਹ ਹੈ ਨਾ ਵੀ ਕੋਈ ਬੰਦਾ ਗਲਤ ਨਾ ਆ ਜਾਵੇ। ਹੁਣ ਉਹਨੂੰ ਛੱਡ ਕੇ ਉਹ ਲੋਕਾਂ ਦੇ ਫਾਰਮ ਭਰਨ ਲੱਗੇ ਹੋਏ ਆ, ਤੇ ਫਿਰ ਉਹ ਚੱਲ ਜਾਂਦੇ ਆ। ਫਿਰ ਇੱਥੇ US ਦੇ ਬਾਰਡਰ ਤੇ
ਯੂਐਸ ਵਾਲਿਆਂ ਨੇ ਬਹੁਤ ਰੌਲਾ ਪਾਇਆ। ਉਹਨਾਂ ਨੇ ਤਾਂ ਖੈਰ ਕਾਂਗਰਸ ਨੂੰ ਅਪਰੋਚ ਕੀਤਾ, ਸੈਨੇਟ ਨੂੰ ਅਪਰੋਚ ਕੀਤਾ ਵੀ ਅਸੀਂ ਤਾਂ ਇਹਨਾਂ ਨੂੰ ਆਉਣ ਦਿੰਨੇ ਆ, ਇਹ ਸਾਨੂੰ ਜਾਣ ਹੀ ਨਹੀਂ ਦਿੰਦੇ। ਕੋਈ ਬੰਦਾ ਇੱਥੇ ਲਾਈਨ ਅਪ 'ਚ ਲੱਗਾ ਆ, ਘੰਟਾ ਹੋ ਗਿਆ, ਘੰਟੇ ਬਾਅਦ ਆਉਂਦਾ ਆ ਤਾਂ ਉਹਨੂੰ ਕਹਿੰਦੇ ਵੀ ਤੇਤੋਂ ਅਰਾਈਵ ਕੈਨ ਭਰੀ ਆ। ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਹੀ ਕੁਛ ਨਹੀਂ ਇਹਦਾ ਅਰਾਈਵ ਕੈਨ ਹੁੰਦੀ ਕੀ ਆ। ਉੱਥੇ ਮਤਲਬ ਜਿਹੜੇ ਅਮਰੀਕਨਜ਼ ਆ ਉਹਨਾਂ ਨੂੰ ਵੀ ਤਾਂ ਪਤਾ ਹੀ ਹੋਣਾ ਚਾਹੀਦਾ, ਉਹ ਆਉਂਦੇ ਆ ਸਾਡੇ। ਬਿਲਕੁਲ, ਖਾਸ ਤੌਰ ਤੇ ਨਾਲ ਦੀ ਸਟੇਟ ਜਿਹੜੀਆਂ ਸਾਡੇ ਆ, ਕੋਈ ਬਲੇਨ ਹੋਵੇ, ਬੈਲਿੰਗਹੈਮ ਵਾਲਾ ਸ਼ਹਿਰ ਆ, ਇਹਨਾਂ ਦੇ ਵਿੱਚੋਂ ਤਾਂ ਲੋਕੀ ਧੜਾ ਆਉਂਦੇ ਆ ਇੱਥੇ, ਤੇ ਉਹਨੂੰ ਬਾਰਡਰ ਤੇ ਆਏ ਨੂੰ ਫਿਰ ਮੋੜ ਦਿੰਦੇ। ਇੱਕ ਪਾਸੇ ਤਾਂ ਟੀਵੀ ਐਡਾਂ ਕਰਦੇ ਆ, ਨਿਊਜ਼ਪੇਪਰ ਐਡ ਕਰਦੇ ਆ ਵੀ ਸਾਡੇ ਆਓ, ਵਿਜ਼ਿਟ ਕਰੋ ਕੈਨੇਡਾ ਨੂੰ, ਸਾਡਾ ਦੇਸ਼ ਦੇਖੋ, ਪੈਸੇ ਖਰਚੋ। ਦੂਸਰੇ ਪਾਸੇ ਉਹਨਾਂ ਨੂੰ ਬਾਰਡਰ ਤੋਂ ਮੋੜ ਰਹੇ। ਤੇ ਉਹਨਾਂ ਦੇ ਐਕਚੁਅਲੀ ਕਾਂਗਰਸਮੈਨ ਨੇ, ਉਹਨਾਂ ਦੀ ਸੈਨੇਟ ਨੇ ਕਾਂਗਰਸ ਦੇ ਵਿੱਚੋਂ ਲੌਬੀ ਕੀਤੀ ਕੈਨੇਡਾ ਨੂੰ। ਅਕਸਰ ਕਹਿੰਦੇ ਹੁੰਦੇ ਵੀ ਉਹਨਾਂ ਦੀ ਲੌਬੀ ਕਾਮਯਾਬ ਹੋ ਗਈ, ਇੱਥੇ ਦੇ ਐਮਪੀਜ਼ ਦੀ ਲੌਬੀ ਕਾਮਯਾਬ ਨਹੀਂ। ਇੱਥੇ ਇੱਕ ਐਮਪੀ ਨੇ, ਐਨਡੀਪੀ ਦਾ ਐਮਪੀ ਸੀਗਾ, ਉਹਨੇ ਬੜੀ ਵਧੀਆ ਗੱਲ ਕਹੀ। ਉਹ ਕਹਿੰਦਾ ਵੀ ਜੇ ਆਹੀ ਐਪ ਜਿਹੜੀ ਐਪ ਆ ਇਹ ਸਾਡੇ ਲਈ ਲਾਈ ਹੁੰਦੀ ਨਾ, ਐਮਪੀਜ਼ ਲਈ ਇੱਥੇ, ਵੀ ਤੁਸੀਂ ਇਹ ਭਰ ਕੇ ਤਾਂ ਪਾਰਲੀਮੈਂਟ ਜਾ ਸਕਦੇ ਆ, ਕਹਿੰਦਾ ਇਹ ਦੂਜੇ ਦਿਨ ਹੀ ਖਤਮ ਕਰ ਦੇਣੀ ਸੀ ਇਹਨਾਂ ਨੇ। ਪਰ ਆ ਹੁਣ ਲੋਕਾਂ ਦਾ ਤੇ ਇਦਾਂ ਹੀ ਪਾਸਪੋਰਟ ਦਾ ਮਾਮਲਾ ਹੈ। ਬਿਲਕੁਲ ਜੀ। ਡਾਕਟਰ ਸਾਹਿਬ, ਬੀਤੇ ਸਮੇਂ 'ਚ ਜਿੰਨੇ ਵੀ ਸਰਵੇ ਹੋਏ ਆ, ਕੰਜ਼ਰਵੇਟਿਵ ਜਿਹੜੇ ਆ ਉਹ ਲਗਾਤਾਰ ਉੱਪਰ ਵੱਲ ਨੂੰ ਜਾ ਰਹੇ ਆ। ਹੁਣ ਜਿਹੜਾ ਅਬੈਕਸ ਦਾ ਸਰਵੇ ਹੋਇਆ ਉਹਦੇ 'ਚ ਵੀ ਇਹ ਲਿਬਰਲ ਨਾਲੋਂ 12% ਅੱਗੇ ਹੈ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਹੁਣ ਉਹ ਉਸ ਨੰਬਰ ਨੂੰ ਅਪਰੋਚ ਕਰ ਰਿਹਾ ਜਿਹਦੇ ਵਿੱਚ ਮੈਜੋਰਟੀ ਸਰਕਾਰ ਬਣ ਸਕਦੀ ਹੈ ਜੀ। ਕਿਉਂਕਿ ਕੈਨੇਡਾ ਦੇ ਵਿੱਚ ਜੇ ਤੁਸੀਂ ਮੈਜੋਰਟੀ, ਕਿਉਂਕਿ ਸਾਡਾ ਸਿਸਟਮ ਵੈਸੇ ਸਾਡਾ ਤਾਂ ਇੰਡੀਆ ਦਾ, ਇੰਗਲੈਂਡ ਦਾ ਸੇਮ ਹੀ ਆ, ਜਿਹਦੇ ਵਿੱਚ ਤੁਹਾਨੂੰ 50% ਪਲੱਸ ਜਿੱਤਣ ਦੀ ਲੋੜ ਨਹੀਂ ਆ। ਇਹੀ ਆ ਵੀ ਜਿਹੜੇ ਜਿੰਨੇ ਉਮੀਦਵਾਰ ਖੜੇ ਆ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟਾਂ ਕਿਹਦੀਆਂ, ਇੱਕ ਹੀ ਵੋਟ ਭਾਵੇਂ ਹੋਵੇ ਜੀ, ਤਾਂ ਉਹਦੇ ਨਾਲ ਕੋਈ 40% ਜਿਹੜਾ ਲੈ ਜਾਂਦਾ ਪਾਰਟੀ, ਉਹ ਮੈਜੋਰਟੀ ਸਰਕਾਰ ਬਣਾ ਲੈਂਦੀ ਹੈ। ਤੇ ਉਹਨਾਂ ਦੀ ਹੁਣ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੇ 38% ਹੋ ਗਏ ਜੀ। ਸੋ ਲਾਗੇ ਛਾ ਗਈ ਆ। ਤੇ ਕੁਝ ਕੁ ਨੰਬਰ ਥੋੜੇ ਹਿੱਲ ਵੀ ਜਾਂਦੇ ਹੁੰਦੇ ਆ ਜਦੋਂ ਇਲੈਕਸ਼ਨ ਕਾਲ ਕਰ ਦੇਣ, ਕਿਉਂਕਿ ਉਸ ਵੇਲੇ ਲੋਕਾਂ ਨੇ ਮਨ ਬਣਾਉਣਾ ਹੁੰਦਾ, ਨਵੇਂ ਮੁੱਦੇ ਵੀ ਉੱਠਦੇ ਆ, ਤੇ ਉਸ ਵੇਲੇ ਪੁਰਾਣਿਆਂ ਨੂੰ ਦੇਖਦੇ ਵੀ ਇਹ ਕੀ ਕਹਿਣਗੇ, ਨਵੇਂ ਸਾਡੇ ਲਈ ਕੀ ਲੈ ਕੇ ਆਉਣਗੇ। ਕਈ ਵਾਰੀ ਡਿਜ਼ਾਸਟਰ ਵੀ ਹੋ ਜਾਂਦਾ, ਕੋਈ ਨਾ ਕੋਈ ਗਲਤ ਗੱਲ ਕਰਨ ਦਾ ਉਹਦੇ ਤੇ ਫੋਕਸ ਕਰ ਦਿੰਦੇ ਆ। ਇਹਦਾ 2019 ਦੇ ਵਿੱਚ ਅਖੀਰਲੇ ਹਫ਼ਤੇ ਦੇ ਵਿੱਚ ਪਤਾ ਲੱਗਾ ਕਿ ਜਿਹੜਾ ਸਾਡਾ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਸੀ, ਉਹਦੇ ਕੋਲ ਅਮਰੀਕਨ ਸਿਟੀਜ਼ਨਸ਼ਿਪ ਸੀ, ਨਾਲੇ ਕੈਨੇਡੀਅਨ ਸੀ। ਹਾਲਾਂਕਿ ਉਹਦੇ ਕੋਲ ਮੌਕਾ ਸੀਗਾ ਉਹ ਕਿ ਜਦੋਂ ਦਾ ਪਾਰਟੀ ਦਾ ਲੀਡਰ ਬਣਿਆ ਉਹਨੂੰ ਰਿਨਾਉਂਸ ਕਰ ਦਿੰਦਾ। ਉਹਨੇ ਕੀਤੀ ਨਹੀਂ, ਤੇ ਕੈਨੇਡੀਅਨ ਲੋਕੀ ਇਦਾਂ ਹੋ ਗਿਆ ਵੀ ਤੁਸੀਂ ਜਦੋਂ ਪ੍ਰਾਈਮ ਮਿਨਿਸਟਰ ਬਣਨਾ ਤੁਹਾਡੀ ਲਾਇਲਟੀ ਕੈਨੇਡਾ ਨਾਲ ਹੋਣੀ ਕਿ ਯੂਐਸ ਨਾਲ ਹੋਣੀ। ਬਿਲਕੁਲ ਇਦਾਂ ਦੀਆਂ ਇਸ਼ੂਜ਼ ਜਿਹੜੀਆਂ ਸਾਹਮਣੇ ਆ ਜਾਂਦੀਆਂ, ਦੋ ਬੜੀਆਂ ਸਵਾਰ ਸੀਗਾ। ਤੇ ਲਿਬਰਲ ਪਾਰਟੀ ਥੱਲੇ ਨੂੰ ਲਗਾਤਾਰ ਜਾ ਰਹੀ ਹੈ। ਅੱਗੇ ਤਾਂ 32-33% ਤੇ ਕਾਇਮ ਰਹਿੰਦੀ ਸੀ, ਤੇ ਹੁਣ ਉਹ ਥੱਲੇ ਨੂੰ ਆ ਰਹੀ ਹੈ। ਤਾਂ ਮਤਲਬ ਕਿ ਕੋਰ ਜਿਹੜੇ ਲਿਬਰਲ ਸਪੋਰਟਰਜ਼ ਆ ਉਹ ਵੀ ਉਹਨਾਂ ਨੂੰ ਵੀ ਸ਼ੱਕ ਹੋਣ ਲੱਗ ਪਿਆ ਕਿ ਜਸਟਿਨ ਟਰੂਡੋ ਦੀ ਲੀਡਰਸ਼ਿਪ ਠੀਕ ਪਾਸੇ ਨਹੀਂ ਜਾ ਰਹੀ। ਤੇ ਵੱਡੀ ਗੱਲ ਇਹਦੇ ਵਿੱਚ ਇੱਕ ਸਾਹਮਣੇ ਆਈ ਹੈ ਕਿ ਜਿਹੜੇ ਯੂਥ ਵੋਟਰਜ਼ ਆ, ਇੱਕ ਜ਼ਮਾਨੇ ਜਦੋਂ ਜਸਟਿਨ ਟਰੂਡੋ ਪਾਵਰ ਦੇ ਵਿੱਚ ਆਏ ਆ 2014 ਦੇ ਵਿੱਚ, ਉਸ ਵੇਲੇ ਯੂਥ ਵੋਟਰਜ਼ ਬਹੁਤ ਇਹਨਾਂ ਦੇ ਹੱਕ ਦੇ ਵਿੱਚ ਜੀ। ਇੱਕ ਤਾਂ ਜਸਟਿਨ ਟਰੂਡੋ ਵੈਸੇ ਹੀ ਯੰਗ ਸੀ ਉਦੋਂ, ਅੱਜ ਤੋਂ 9 ਸਾਲ ਪਹਿਲਾਂ ਦੀ ਗੱਲ ਹੈ। ਤੇ ਦੂਸਰਾ, ਇਹਨਾਂ ਨੇ ਨੌਜਵਾਨਾਂ ਨੂੰ ਖੁਸ਼ ਕਰਨ ਲਈ ਸਭ ਤੋਂ ਪਹਿਲੀ ਪਾਲਿਸੀ ਲਿਆਂਦੀ ਸੀ ਕਿ ਮੈਰਿਜੂਆਨਾ ਸਮੋਕਿੰਗ ਕਰਨੀ ਹੈ ਤਾਂ ਫ੍ਰੀ ਮੈਂ ਕਰੂੰਗਾ, ਲੀਗਲਾਈਜ਼ ਮੈਂ ਕਰੂੰਗਾ ਜੀ। ਉਸ ਪਾਲਿਸੀ ਨੇ ਨੌਜਵਾਨ ਤਾਂ ਇਹੀ ਸੋਚਦੇ, ਹੁਣ ਜਿਹੜਾ ਨੌਜਵਾਨ ਹੈ ਉਹਨੂੰ ਤਾਂ ਘਰ ਦੀ ਚਿੰਤਾ ਹੁੰਦੀ ਹੈ, ਨਾ ਪੜ੍ਹਾਈ ਦੀ ਚਿੰਤਾ ਹੁੰਦੀ, ਨਾ ਉਹਨੂੰ ਆਪਣੇ ਰਹਿਣ ਦੀ ਚਿੰਤਾ ਹੁੰਦੀ, ਨਾ ਮੌਰਗਾਈ ਦਾ ਰੌਲਾ, ਉਹਨੂੰ ਤਾਂ ਆਹ ਹੀ ਚਿੰਤਾ ਵੀ ਖਾਣ ਪੀਣ ਲਈ ਠੀਕ ਹੋਵੇ ਸਭ ਕੁਝ। ਅੱਛਾ, ਹੁਣ ਉਹ ਜਿਹੜੀ ਜਨਰੇਸ਼ਨ ਉਹ ਜਾਂਦੀ ਲੱਗੀ। ਹੁਣ ਕੋਈ 23 ਸਾਲਾਂ ਦਾ ਸੀ ਉਸ ਵੇਲੇ, ਹੁਣ 32 ਦਾ ਹੋ ਗਿਆ। ਹੁਣ ਬੰਦੇ ਉਹੀ ਜਿਹੜੇ ਕੰਮ ਕਰਦੇ ਆ ਉਹ ਸੋਚਦੇ ਵੀ ਘਰ ਨਹੀਂ ਲੈ ਹੋ ਰਿਹਾ,
ਅਜੇ ਵੀ ਅਸੀਂ ਪੇਰੈਂਟਸ ਦੀ ਬੇਸਮੈਂਟ ਦੇ ਵਿੱਚ ਬੈਠੇ ਹਾਂ। ਤਾਂ ਹੁਣ ਉਹਨਾਂ ਨੂੰ ਪ੍ਰੋਬਲਮ ਆਉਂਦੀਆਂ, ਹੁਣ ਦੇਖਦੇ ਵੀ ਇਹ ਅਸੀਂ ਮਿਹਰਬਾਨਾਂ ਲਈ ਚੁਣਿਆ ਸੀ ਬੰਦਾ, ਤੇ ਜਿਹੜੀ ਨਵੀਂ ਜਨਰੇਸ਼ਨ ਆਈ ਆ ਉਹ ਦੇਖ ਰਹੀ ਆ ਵੀ ਜਿਹੜੀਆਂ ਗਲਤੀਆਂ ਕੀਤੀਆਂ ਇਹਨਾਂ ਨੇ ਪਾਲਿਸੀ, ਉਹਦਾ ਇੰਪੈਕਟ ਸਾਡੇ ਤੇ ਪੈ ਰਿਹਾ। ਪਰ ਜਿਹੜਾ ਮਜ਼ਾ ਲੈ ਗਏ ਉਹ ਪਹਿਲਾਂ, ਹੁਣ ਤਾਂ ਸਾਰੀਆਂ ਹੀ ਪਾਰਟੀਆਂ ਕਹਿੰਦੀਆਂ ਵੀ ਅਸੀਂ ਮਿਹਰਬਾਨਾਂ ਲੀਗਲੀ ਰੱਖਾਂਗੇ, ਕਿਸੇ ਨੇ ਬੰਦ ਨਹੀਂ ਕਰਨਾ। ਈਵਨ ਕੰਜ਼ਰਵੇਟਿਵ ਪਾਰਟੀ ਵਾਲੇ ਆ, ਉਹਨਾਂ ਦਾ ਸਟੈਂਡ ਇਹੀ ਆ ਕਿ ਨਹੀਂ, ਅਸੀਂ ਵੀ ਬੰਦ ਨਹੀਂ ਕਰਨਾ, ਜਿਹੜਾ ਮਿਹਰਬਾਨਾ ਇਦਾਂ ਹੀ ਚੱਲੂਗਾ। ਇਹਦੇ ਵਿੱਚ ਪਾਲਿਸੀ 'ਚ ਕੀ ਗਲਤੀਆਂ ਆ, ਪਾਲਿਸੀ ਦੇ ਵਿੱਚ ਕੀ ਠੀਕ ਆ, ਉਹਦਾ ਨਿਰਣਾ ਹਜੇ ਤਾਈਂ ਕਿਸੇ ਨੇ ਨਹੀਂ ਕੀਤਾ ਪਾਰਟੀਆਂ ਨੇ। ਪਰ ਇਹਨਾਂ ਨੂੰ ਪਤਾ ਵੀ ਯੂਥ ਵੋਟਰ ਜਿਹੜੀ ਆ ਸਾਡੇ ਤੋਂ ਖੁਸ਼ ਜਾਣੀ ਆ ਜੇ ਅਸੀਂ ਕਹਿਤਾ ਮਿਹਰਬਾਨਾ ਬੰਦ ਕਰ ਦਿਓ ਜੀ। ਹੁਣ ਪਹਿਲੇ ਨੰਬਰ ਤੇ ਅਜੇ ਵੀ ਕੰਜ਼ਰਵੇਟਿਵ ਪਾਰਟੀ ਆ ਯੂਥ ਦੇ ਵਿੱਚ ਜੀ। ਯੂਥ ਦੀ ਵੈਸੇ ਚੁਆਇਸ ਨਹੀਂ ਹੁੰਦੀ ਜ਼ਿਆਦਾ, ਪੀਅਰ ਪੋਲੀਵਰ ਦਾ ਕਰਕੇ ਸ਼ਾਇਦ ਕਿ ਉਹ ਯੰਗ ਹੈ, ਉਹਦੇ ਵੱਲ ਧਿਆਨ ਜ਼ਿਆਦਾ ਲੋਕਾਂ ਦਾ ਜੀ। ਦੂਜੇ ਨੰਬਰ ਤੇ ਐਨਡੀਪੀ ਆ। ਵੈਸੇ ਨਾਰਮਲੀ ਤੁਸੀਂ ਦੇਖੋਗੇ ਕਿ ਲੈਫਟ ਪਾਰਟੀਆਂ ਜਿਹੜੀਆਂ ਆ, ਐਨਡੀਪੀ ਹੋਈ, ਗ੍ਰੀਨ ਪਾਰਟੀ ਹੋਈ, ਇਹਨਾਂ ਵੱਲ ਜ਼ਿਆਦਾ ਰੁਝਾਨ ਹੁੰਦਾ ਯੂਥ ਦਾ, ਕਿਉਂਕਿ ਲੋਕੀ ਲਾਈਕ ਕਰਦੇ ਆ, ਦੇਖੋ ਜੀ ਸੰਸਾਰ ਇਦਾਂ ਦਾ ਹੋਣਾ ਚਾਹੀਦਾ, ਸਾਰੇ ਬਰਾਬਰ ਹੋਣੇ ਚਾਹੀਦੇ ਆ, ਸਾਰਿਆਂ ਨੂੰ ਜਸਟਿਸ ਮਿਲਣਾ ਚਾਹੀਦਾ, ਘਰ ਬੈਠਿਆਂ ਨੂੰ ਖਾਣਾ ਮਿਲਣਾ ਚਾਹੀਦਾ। ਉਹ ਫਿਰ ਜਦੋਂ ਕੰਮ ਕਰਨ ਲੱਗ ਪੈਂਦੇ ਆ ਫਿਰ ਬੰਦਿਆਂ ਦੀ ਹੋਰ ਸੋਚਣੀ ਹੋ ਜਾਂਦੀ ਹੈ। ਜਦੋਂ ਤੱਕ ਰਿਟਾਇਰਮੈਂਟ ਹੁੰਦੀ ਹੈ ਉਦੋਂ ਤਾਂ ਇਹ ਸੋਚਣੀ ਹੋਰ ਹੋ ਜਾਂਦੀ ਹੈ। ਸੋ ਦੂਜੇ ਨੰਬਰ ਤੇ ਐਨਡੀਪੀ ਔਰ ਲਿਬਰਲ ਪਾਰਟੀ, ਜਿਹੜੀ ਕਿ ਸਾਰੀਆਂ ਵੋਟਾਂ ਇੱਕ ਜ਼ਮਾਨੇ 'ਚ ਇਹਨਾਂ ਦੀਆਂ ਲੱਗ ਗਏ ਯੂਥ ਦੀਆਂ, ਹੁਣ ਤੀਜੇ ਨੰਬਰ ਤੇ ਆ। ਯੂਥ ਦੀ ਚੁਆਇਸ ਜਿਹੜੀ ਆ ਉਹ ਬਦਲ ਗਈ ਆ ਜੀ। ਤਾਂ ਉਹ ਖਤਰੇ ਵਾਲੀ ਵੀ ਘੰਟੀ ਆ, ਕਿਉਂਕਿ ਇੱਕ ਜ਼ਮਾਨੇ 'ਚ ਜਸਟਿਨ ਟਰੂਡੋ ਯੰਗਸ ਨੇ, ਤੇ ਇਹਨਾਂ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਸਭ ਤੋਂ 올ਡ ਹੋਣਾ, ਯਾਨੀ ਮੇਨ ਪਾਰਟੀਆਂ ਦੀ ਗੱਲ ਕਰਦੇ, ਦੂਜੀਆਂ ਪਾਰਟੀਆਂ ਦੀ ਨਹੀਂ। ਤਿੰਨਾਂ ਪਾਰਟੀਆਂ ਦੇ ਵਿੱਚ ਸਭ ਤੋਂ 올ਡ ਜਿਹੜਾ ਜਸਟਿਨ ਟਰੂਡੋ ਹੋਣਾ। ਤੇ ਅੱਜ ਉਹਨਾਂ ਨੂੰ ਚੇਤਾ ਆ ਗਿਆ, ਇਹਨਾਂ ਨੇ ਇੱਕ ਪਹਿਲਾਂ ਯੂਥ ਕੌਂਸਲ ਬਣਾਈ ਸੀ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਦੇ ਵਿੱਚ, ਕਦੇ ਨਹੀਂ ਮਿਲੀ ਉਹ। ਜੇ ਕਦੇ ਮਿਲਦੇ ਹੋਣੇ ਆਪਸ ਵਿੱਚ ਹੀ ਮਿਲਦੇ ਹੋਣੇ, 20 ਰੁਪਏ ਕੇ ਚੱਲ ਜਾਂਦੇ ਹੋਣੇ। ਹੁਣ ਜਸਟਿਨ ਟਰੂਡੋ ਨੇ ਅੱਜ ਸਵੇਰੇ ਬਿਆਨ ਦੇ ਦਿੱਤਾ ਵੀ ਉਹਨਾਂ ਦੀ ਮੀਟਿੰਗ ਕੀਤੀ ਜਾਊਗੀ, ਪਤਾ ਕੀਤਾ ਜਾਊਗਾ ਯੂਥ ਦੀਆਂ ਇਸ਼ੂ ਕਿਹੜੀਆਂ। ਅੱਛਾ, ਇਸ਼ੂ ਇਹ ਭਾਲਣੇ ਆ, ਇਸ਼ੂ ਲੱਭਦੇ ਆ, ਮਤਲਬ ਸਾਨੂੰ ਪਤਾ ਹੀ ਨਹੀਂ ਵੀ ਯੂਥ ਚਾਹੁੰਦੇ ਕੀ ਆ। ਹਾਲਾਂਕਿ ਯੂਥ ਵੀ ਇਹੀ ਰੌਲਾ ਪਾਉਂਦੇ ਆ ਸਵੇਰੇ ਤਕਾਲਾਂ ਵੀ ਸਾਡੇ ਤੋਂ ਨਾ ਰੈਂਟ ਅਫੋਰਡ ਕਰ ਸਕਦੇ ਆ ਤੇ ਨਾ ਹੀ ਅਸੀਂ ਘਰ ਅਫੋਰਡ ਕਰ ਸਕਦੇ ਆ। ਇਹਦੇ ਵਿੱਚ ਤੁਹਾਨੂੰ ਯੂਥ ਕੌਂਸਲ ਦੀ ਲੋੜ ਨਹੀਂ, ਅਖਬਾਰ ਚੱਕ ਕੇ ਪੜ੍ਹ ਲਓ ਬਸ, ਇੰਨਾ ਬਹੁਤ ਹੈ। ਪਰ ਯੂਥ ਕੌਂਸਲ ਦੇ ਵਿੱਚ ਕਿਹੜੇ ਬੰਦੇ ਭਰਤੀ ਕੀਤੇ ਹੁੰਦੇ ਆ, ਜਿਹੜੇ ਬੰਦੇ ਜਾਣਦੇ ਹੁੰਦੇ ਆ, ਤਾਂ ਉਹ ਖੁਸ਼ਾਮਦੀ ਨਹੀਂ ਹੁੰਦੇ ਸਭ। ਉਹਨਾਂ ਨੇ ਤਾਂ ਤਾੜੀਆਂ ਮਾਰਨੀਆਂ ਹੁੰਦੀਆਂ ਜਦੋਂ ਤੁਸੀਂ ਅੰਦਰ ਆਉਣਾ ਆ, ਤਾੜੀਆਂ ਮਾਰਨੀਆਂ ਜਦੋਂ ਤੁਸੀਂ ਬਾਹਰ ਚਲ ਜਾਣਾ। ਜਿਹੜੇ ਇਦਾਂ ਦੇ ਬੰਦੇ ਭਰਤੀ ਕੀਤੇ ਨਾ, ਉਹ ਕਦੇ ਵੀ ਤੁਹਾਨੂੰ ਦੱਸ ਨਹੀਂ ਸਕਦੇ ਵੀ ਬਾਹਰ ਲੋਕੀ ਕੀ ਸੋਚਦੇ। ਬਿਲਕੁਲ ਇਹ ਲੋਕਾਂ ਨਾਲ ਜੁੜੇ ਹੋਏ ਯੂਥ ਜਿਹੜੇ ਆ ਉਹੀ ਦੱਸ ਸਕਦੇ ਆ, ਜਿਨ੍ਹਾਂ ਨੇ ਸਰਵੇ ਦੇ ਵਿੱਚ ਦੱਸ ਦਿੱਤਾ। ਤੁਹਾਨੂੰ ਕਿਸੇ ਦੇ ਕੋਲ ਜਾਣ ਦੀ ਲੋੜ ਹੀ ਨਹੀਂ ਵੀ ਆਹ ਜਿਹੜੀਆਂ ਇਸ਼ੂਜ਼ ਆ ਇਹਨਾਂ ਨਾਲ ਧਿਆਨ ਦਿਓ। ਨੰਬਰ 1 ਹਾਊਸਿੰਗ ਇਸ਼ੂ ਆ, ਨੰਬਰ 2 ਸਾਡੇ ਅਜੇ ਵੀ ਜੌਬਸ ਦੀ ਇਸ਼ੂ ਆ ਬਹੁਤ ਜ਼ਿਆਦਾ। ਹੁਣ ਜੌਬਸ ਕਿਉਂਕਿ ਜੌਬਸ ਦੀ ਨੰਬਰ 1 ਜਿਹੜੀ ਇਸ਼ੂ ਇਸ ਕਰਕੇ ਆ ਕਿ ਸਾਡੇ ਟੈਂਪਰੇਰੀ ਵਰਕਰ ਜਿਹੜੇ ਆਉਂਦੇ ਆ, ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ, ਉਹਨਾਂ ਤੋਂ EMPLOYER ਬਹੁਤ ਸਸਤਾ ਕੰਮ ਲੈਂਦੇ ਆ। ਇੱਕ ਤਾਂ ਉਹਨਾਂ ਦੇ ਹੱਕ ਹੈ ਨਹੀਂ ਕੋਈ ਵੀ, ਉਹਨਾਂ ਦੇ ਕੋਲ ਲੜਨ ਦਾ ਹੱਕ ਨਹੀਂ ਆ, ਉਹਨਾਂ ਦੇ ਕੋਲ ਕੁਝ ਕਰਨ ਦਾ ਹੱਕ ਨਹੀਂ ਆ, ਪਰ ਸਸਤੇ ਤੋਂ ਸਸਤੀ ਲੇਬਰ ਜਿਹੜੀ ਆ ਉਹ ਮਿਲ ਰਹੀ ਆ। ਤਾਂ ਲੇਬਰ ਸ਼ਾਰਟੇਜ ਦਾ ਵੀ ਰੌਲੀ ਇਸੇ ਗੱਲ ਕਰਕੇ ਪਾਈ ਆ। ਤੇ ਜਿਹੜੇ ਕੈਨੇਡਾ ਦੇ ਯੂਥ ਆ ਉਹ ਉਹਨੇ ਦੇ ਕੰਮ ਨਹੀਂ ਕਰਨਾ ਚਾਹੁੰਦੇ। ਜੇ ਤੁਸੀਂ ਉਹਨੇ ਦੇ ਕੰਮ ਨਹੀਂ ਕਰਦੇ ਤਾਂ ਉਹ ਤੁਹਾਨੂੰ ਨੌਕਰੀ ਨਹੀਂ ਮਿਲਦੀ, ਨੌਕਰੀ ਨਹੀਂ ਮਿਲਣੀ ਤਾਂ ਤੁਹਾਡੇ ਤੋਂ ਰੈਂਟ ਨਹੀਂ ਅਫੋਰਡ ਹੋਣਾ, ਤੇ ਤੁਹਾਡੇ ਘਰ ਕਿੱਥੋਂ ਲੈਣੇ ਤੁਸੀਂ। ਬਿਲਕੁਲ ਇਹ ਸਾਈਕਲ ਜਿਹੜਾ ਵਿਸ਼ਿਅਸ ਸਾਈਕਲ ਬਣੀ ਜਾਂਦਾ ਉਹਨਾਂ ਦੇ। ਤੇ ਹੁਣ ਉਹ ਇਸ ਵੇਲੇ ਸੁਣ ਰਹੇ ਆ ਵੀ ਪੀਅਰ ਪੋਲੀਵਰ ਸਾਨੂੰ ਬਹਿਸ਼ਤ ਦਊਗਾ, ਸਾਨੂੰ ਕਿੱਡਾ ਕੁ ਬਹਿਸ਼ਤ ਹੋਣਾ ਆ ਉਹ ਤੁਹਾਨੂੰ ਪਤਾ ਲੱਗ ਜਾਣਾ। ਕਿੱਡੇ ਕਿੱਡੇ ਵਾਲ ਝੋਲੀ ਚ ਆ ਜਾਣਗੇ। ਜਿਹਦਾ ਇਮਰਾਨ ਖਾਨ ਵੀ 2018 ਚ ਕਹਿੰਦਾ ਹੁੰਦਾ ਸੀ ਬਈ ਮੈਂ ਰਿਆਸਤੇ ਮਦੀਨਾ ਬਣਾ ਦੂੰਗਾ, ਤੇ ਉਹ ਮਦੀਨਾ ਪਤਾ ਨਹੀਂ ਸਿਆਲਕੋਟ 'ਚ ਹੀ ਹੋਣਾ ਜਿਹੜਾ ਇਦਾਂ ਦਾ ਬਣ ਗਿਆ।
ਬਿਲਕੁਲ ਜੀ। ਸੋ ਡਾਕਟਰ ਸਾਹਿਬ, ਐਸੋਸੀਏਟਿਡ ਪ੍ਰੈਸ ਦੇ ਇੱਕ ਪੋਲ ਦੇ ਵਿੱਚ 77% ਜਿਹੜੇ ਅਮਰੀਕੀ ਕਹਿੰਦੇ ਆ ਵੀ ਜੋ ਬਾਈਡਨ ਅਗਲੀ ਪਾਰੀ ਲਈ ਹੁਣ ਇੱਕ ਬੁੱਢਾ ਖਿਡਾਰੀ ਹੈ ਜੀ। ਇਹ ਵੈਸੇ ਸਾਰੇ ਜਨਰਲੀ ਤੌਰ ਤੇ ਅਮਰੀਕਨਸ ਦਾ ਪਹਿਲਾਂ ਇੱਕ ਸਰਵੇ ਕੀਤਾ ਸੀ ਉਹਨਾਂ ਨੇ ਵੀ ਕੋਈ ਏਜ ਲਿਮਿਟ ਹੋਣੀ ਚਾਹੀਦੀ ਆ ਪੋਲੀਟੀਸ਼ੀਅਨ ਤੇ ਜੀ, ਕਿਉਂਕਿ ਬਾਕੀ ਦੇ ਪ੍ਰੋਫੈਸ਼ਨ ਤੇ ਤੁਸੀਂ ਕਰਦੇ ਆ ਤੁਸੀਂ ਹਾਲਾਂਕਿ ਜਦੋਂ ਸਾਡੇ ਇੱਥੇ ਸੁਪਰੀਮ ਕੋਰਟ ਦੇ ਜਸਟਿਸ ਤੇ 75 ਸਾਲ ਦੀ ਉਮਰ ਦੇ ਵਿੱਚ ਥੱਲੇ ਰਿਟਾਇਰ ਹੋਣਾ ਪੈਂਦਾ ਉਹਨਾਂ ਨੂੰ। ਯੂਐਸ ਦੇ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਦੀ ਕੋਈ ਉਮਰ ਨਹੀਂ ਹੈ, ਮੋਸਟਲੀ ਉਹ ਆਪਣੀ ਜੌਬ ਤੇ ਮਰਦੇ ਹੀ ਆ ਜੀ। ਤੇ ਕਈ ਤਾਂ ਉਹਨਾਂ ਦੇ ਵਿੱਚੋਂ ਮਗਰੋਂ ਜੇ ਜਾ ਕੇ ਬੈਂਚ ਤੇ ਇਦਾਂ ਬੈਠੇ ਹੁੰਦੇ ਉਹਨਾਂ ਦਾ ਪਤਾ ਨਹੀਂ ਲੱਗਦਾ ਵੀ ਸੁੱਤੇ ਆ ਕਿ ਜਾਗਦੇ ਆ। ਇੱਕ ਵਾਰੀ ਇੰਡੋਨੇਸ਼ੀਆ ਦੇ ਪ੍ਰਧਾਨ ਉਹਨਾਂ ਨੇ ਸਪੀਚ ਦੇ ਰਹੇ ਸੀ ਪਾਰਲੀਮੈਂਟ ਦੇ ਵਿੱਚ ਓਪਨਿੰਗ ਤੇ ਉਹ ਬੰਦਾ ਉਹਨੂੰ ਲੈ ਕੇ ਆਏ ਵੀਲ ਚੇਅਰ ਤੇ ਉਹਨੇ ਓਪਨਿੰਗ ਐਡਰੈਸ ਪੜ੍ਹਨੀ ਸੀ ਤੇ ਉਹ ਐਡਰੈਸ ਦੇ ਵਿੱਚ ਕਰਦਾ ਆਪਣੀ ਸਪੀਚ ਦੇ ਵਿੱਚ ਹੀ ਬੰਦਾ ਸੌਂ ਗਿਆ। ਅੱਛਾ, ਤੁਸੀਂ ਮਤਲਬ ਆਮ ਬੰਦੇ ਸੌਂ ਜਾਂਦੇ ਜਦੋਂ ਸਪੀਚ ਹੁੰਦੀ ਆ, ਲੰਬੀ ਸਪੀਚ ਹੁੰਦੀ ਆ, ਬੋਰਿੰਗ ਸਪੀਚ ਹੁੰਦੀ ਆ, ਤਾਂ ਉਹ ਤੇ ਸੌਂ ਜਾਂਦੇ ਆਮ ਬੰਦੇ, ਪਰ ਉਹ ਆਪਣੀ ਸਪੀਚ ਕਰਦਾ ਹੀ ਸੌਂ ਗਿਆ ਸੀ। ਇਦਾਂ ਦੇ ਪੋਲੀਟੀਸ਼ੀਅਨ ਯੂਐਸ ਦੇ ਵਿੱਚ ਵੀ ਬੈਠੇ ਆ, ਨੈਂਸੀ ਪੈਲੋਸੀ ਆ, ਫਿਰ ਸੈਨੇਟਰ ਫਾਈਨਸਟਾਈਨ ਆ, ਉਹ 99 ਸਾਲਾਂ ਦੀ ਹੋ ਗਈ, ਉਹ ਕਹਿੰਦੀ ਮੈਂ ਅਗਲੀ ਇਲੈਕਸ਼ਨ ਲੜਨੀ ਆ। ਤੇ ਇਹ ਤੇ ਡਿਬੇਟ ਚੱਲਦਾ ਵੀ ਇਹ ਕੋਈ ਨਾ ਕੋਈ ਏਜ ਲਿਮਿਟ ਲਾਈਏ ਵੀ ਜਿਹੜਾ ਕਮ ਸੇ ਕਮ ਪੋਲੀਟੀਸ਼ੀਅਨ ਵੀ ਰਿਟਾਇਰ ਹੋਣ। ਜੀ, ਰਿਸਪੌਂਸਿਬਿਲਿਟੀ ਤਾਂ ਹੈਗੀ ਲੋਕਾਂ ਦੀ ਵੀ ਤੁਸੀਂ ਨਾ ਚੁਣੋਗੇ ਤਾਂ ਆਪੇ ਹੀ ਨਹੀਂ ਜਿੱਤਣਾ, ਪਰ ਜਿਹੜਾ ਬੰਦਾ ਇੱਕ ਵਾਰੀ ਪਾਵਰ ਦੇ ਵਿੱਚ ਆ ਗਿਆ ਉਹਦੇ ਲਿੰਕ ਹੀ ਇੰਨੇ ਬਣਦੇ ਆ ਜੀ ਜੀ, ਉਹ ਲਿੰਕ ਤੋੜਨੇ ਬੜੇ ਔਖੇ। ਜਿਹੜਾ ਇਨਕੰਬੈਂਟ ਬੰਦਾ ਆ ਨਾ, ਚਾਹੇ ਉਹ ਸੈਨੇਟ ਦੇ ਵਿੱਚ ਜਾਂਦਾ ਹੈ, ਚਾਹੇ ਆਪਣੇ ਕਾਂਗਰਸ ਦੇ ਵਿੱਚ ਜਾਂਦਾ ਹੈ, ਉਹਨੂੰ ਹਰਾਉਣਾ ਬੜਾ ਔਖਾ ਹੁੰਦਾ। ਇਹ ਯੂਐਸ ਦੇ ਦਾ ਪ੍ਰੈਜ਼ੀਡੈਂਟ ਦੀ ਇਹਨਾਂ ਨੇ ਲਿਮਿਟ ਲਾਈ ਆ ਕਿ 2 ਟਰਮ ਤੋਂ ਬਾਅਦ ਰਿਟਾਇਰ ਹੋ ਜਾਂਦੇ ਆ। ਪਹਿਲਾਂ ਜਦੋਂ ਨਹੀਂ ਸੀ ਹੁੰਦੀ ਉਦੋਂ ਸੀਗੇ ਪ੍ਰੈਜ਼ੀਡੈਂਟ ਕਈ 3 ਵਾਰੀ ਚੁਣ ਗਏ, 4 ਵਾਰੀ ਚੁਣ ਗਏ, ਉਦੋਂ ਬਾਅਦ ਫੇਰ ਆ ਜਾਣਾ, ਇੱਕ ਵਾਰੀ ਹਾਰ ਕੇ ਫੇਰ ਆ ਜਾਣਾ, ਕਿਉਂਕਿ ਉਹਨਾਂ ਦੇ ਲਿੰਕ ਹੁੰਦੇ ਆ, ਪਾਰਟੀ ਦੇ ਵਿੱਚ ਵੀ ਲਿੰਕ ਆ, ਵੋਟਰਸ ਦੇ ਨਾਲ ਵੀ ਲਿੰਕ ਆ, ਤੇ ਉਹਨਾਂ ਦਾ ਜ਼ੋਰ ਚੱਲਦਾ ਉਸ ਸਾਰੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ। ਤੇ ਹੁਣ ਆਉਂਦੀ ਹੈ ਜੋ ਬਾਈਡਨ ਦੀ ਇਸ਼ੂ। ਜੋ ਬਾਈਡਨ ਬਾਰੇ ਕਿਸੇ ਨੇ ਟਰੰਪ ਨੂੰ ਪੁੱਛਿਆ, ਰਿਪੋਰਟਰ ਨੇ, ਵੀ ਤੁਹਾਨੂੰ ਲੱਗਦਾ ਵੀ ਹੁਣ ਅਗਲਾ ਜਿਹੜੀ ਮੁਕਾਬਲਾ 2024 ਦਾ ਤੁਹਾਡੇ ਵਿਚਕਾਰ ਤਾਂ ਜੋ ਬਾਈਡਨ ਦੇ ਵਿਚਕਾਰ ਹੋਣਾ ਜੀ? ਤਾਂ ਉਹਨਾਂ ਦਾ ਜਵਾਬ ਸੀ, ਕਹਿੰਦਾ ਮੇਰਾ ਤਾਂ ਪਤਾ ਆ, ਮੈਨੂੰ ਜੋ ਬਾਈਡਨ ਦਾ ਨਹੀਂ ਪਤਾ, ਹੁਣ ਤਾਂ ਮਰ ਜਾਣਾ। ਕਿਉਂ ਇੱਕ ਤਾਂ ਐਨੀਮੋਸਿਟੀ ਬਹੁਤ ਜ਼ਿਆਦਾ ਆ ਇਹਨਾਂ ਦੀ, ਦੇ ਬੇਸਿਕਲੀ ਹੇਟ ਈਚ ਅਦਰ, ਹੇਟਰਡ ਆ ਗਈ ਜਦੋਂ। ਨਾਰਮਲੀ ਅਸੀਂ ਕਹਿੰਦੇ ਆ ਕਿ ਪੋਲਿਟਿਕਸ ਦੇ ਵਿੱਚ ਬਖਰੇਵੇਂ ਹੁੰਦੇ ਆ ਜੀ, ਬਖਰੇਵਿਆਂ ਦੇ ਬਾਵਜੂਦ ਵੀ ਇਹ ਸਾਰੇ, ਜਿੱਦਾਂ ਪੰਜਾਬ ਦੇ ਵਿੱਚ ਸਾਰੇ ਤਾਂ ਰਿਸ਼ਤੇਦਾਰ ਆ ਇੱਕ ਦੂਜੇ ਦੇ ਜੀ, ਤੇ ਉਹ ਜਿਹੜੀ ਮਰਜ਼ੀ ਪਾਰਟੀ ਪਾਵਰ 'ਚ ਹੋਵੇ, ਉਹ ਬੰਦੇ, ਉਹਨਾਂ ਦੇ ਫੈਮਲੀਜ਼, ਉਹਨਾਂ ਦੇ ਪਰਿਵਾਰ, ਉਹ ਪਾਵਰ ਦੇ ਵਿੱਚ ਜ਼ਰੂਰ ਹੁੰਦੇ ਆ, ਭਾਵੇਂ ਆਪੋਜੀਸ਼ਨ 'ਚ ਬੈਠੇ ਹੋਣ ਜੀ, ਕਿਉਂਕਿ ਰਿਸ਼ਤੇਦਾਰੀਆਂ ਇੱਕ ਦੂਜੇ ਨਾਲ। ਇੱਥੇ ਲੱਗਦਾ ਨਹੀਂ ਹੈ ਕਿ ਹੁਣ ਇੱਕ ਇੰਨੀ ਐਨੀਮੋਸਿਟੀ ਹੋਈ ਆ ਦੋਹਾਂ ਤਰ੍ਹਾਂ ਦੀ। ਇੱਕ ਔਰਤ ਨੇ ਡਿਵੋਰਸ ਕੀਤਾ ਬੰਦੇ ਨੂੰ ਵੀ ਇਹ ਰਿਪਬਲਿਕਨ ਦੀ ਸਪੋਰਟ ਕਰਦਾ ਹੈ, ਮੈਂ ਡੈਮੋਕ੍ਰੈਟ ਹਾਂ, ਇਹ ਬਹਾਨਾ ਬਣਾਇਆ ਉਹਨੇ ਜੀ। ਜੱਜ ਪੁੱਛਦਾ ਵੀ ਤੂੰ ਕਿਉਂ ਡਿਵੋਰਸ ਕਰਨਾ, ਕਹਿੰਦੀ ਇਹ ਰਿਪਬਲਿਕਨ ਬੰਦਾ ਹੈ, ਮੈਂ ਡੈਮੋਕ੍ਰੈਟ ਹਾਂ। ਅਸੀਂ ਦੋ ਜਣੇ ਇਕੱਠੇ ਰਹਿ ਨਹੀਂ ਸਕਦੇ। ਹਾਲਾਂਕਿ ਡੈਮੋਕ੍ਰੇਸੀ ਅਸੀਂ ਇਹ ਸਿਖਾਉਂਦੇ ਆ ਲੋਕਾਂ ਨੂੰ ਕਿ ਭਾਈ ਇਹਦਾ ਖਿਆਲਾਂ ਦੀ ਲੜਾਈ ਆ, ਜਿਹਦੇ ਨਾਲ ਖਿਆਲ ਨਹੀਂ ਰਲਦੇ ਉਹਦੇ ਨਾਲ ਰਹਿਣ ਲਈ ਤਿਆਰ ਨਹੀਂ। ਸੋ ਜੋ ਬਾਈਡਨ ਜਿਹੜਾ ਉਹਨਾਂ ਦੇ ਹਾਲਾਤ ਹੋ ਜਾਂਦੇ, ਜਿੱਦਾਂ ਡਿੱਗਦੇ ਆ, ਜਿਸ ਤਰੀਕੇ ਦੇ ਨਾਲ ਉਹ ਬੋਲਣਾ ਭੁੱਲ ਜਾਂਦੇ ਆ। ਇੱਕ ਜਗ੍ਹਾ ਤੇ ਗਏ ਸੀ ਕਿਤੇ, ਉਸ ਸਟੇਟ ਦਾ ਜਿਹੜਾ ਸੈਨੇਟਰ ਆ ਤਾਂ ਉਹ ਮਰ ਗਿਆ ਸੀ ਸੈਨੇਟਰ। ਇਹ ਸਟੇਜ ਤੇ ਖੜ ਕੇ ਪਹਿਲਾਂ ਕਈ ਵਾਰੀ ਇੰਟਰੋਡਿਊਸ ਕਰਦੇ ਹੁੰਦੇ ਪਾਰਟੀ ਦੇ ਬਿਗ ਵਿਗ ਜਿਹੜੇ ਆਏ, ਮੇਰੇ ਨਾਲ ਵਾਈਸ ਪ੍ਰੈਜ਼ੀਡੈਂਟ ਵੀ ਆਇਆ, ਇੱਥੇ ਕਾਂਗਰਸਮੈਨ ਵੀ ਆਇਆ, ਤੇ ਇਹ ਉਸ ਬੰਦੇ ਦਾ ਨਾਮ ਲੈ ਰਿਹਾ ਸੈਨੇਟਰ ਦਾ, ਵੀ ਸੈਨੇਟਰ ਫਲਾਨਾ ਇੱਥੇ ਆ।
ਤੇ ਉਹ ਹੋਊਗਾ ਤਾਂ ਬੰਦਾ ਹੱਥ ਖੜੂਗਾ। ਤੇ ਇਹ ਉੱਚੀ ਉੱਚੀ ਕਹਿ ਰਿਹਾ ਸਟੇਜ ਤੋਂ ਵੀ ਹੱਥ ਖੜਾ ਕਰ। ਫੇਰ ਕਿਸੇ ਨੇ ਐਡਵਾਈਜ਼ਰ ਨੇ ਪਿੱਛੋਂ ਆ ਕੇ ਕਿਹਾ ਕੰਨ 'ਚ ਵੀ ਉਹ ਤਾਂ ਬੰਦਾ ਮਰਿਆ ਆ ਜਿਹਦੀ ਗੱਲ ਕਰਦੇ ਆ। ਸੋ ਡਿਮੈਂਸ਼ੀਆ ਤਾਂ ਉਹਨਾਂ ਨੂੰ ਹੋਇਆ ਆ ਜੀ, ਇਹ ਕੋਈ ਸ਼ੱਕ ਨਹੀਂ। ਪਰ ਦਿਮਾਗ ਦੀ ਕੋਈ ਲੋੜ ਨਹੀਂ ਹੁੰਦੀ ਪ੍ਰੈਜ਼ੀਡੈਂਟ ਬਣਨ ਦੀ, ਨਾ ਪ੍ਰਾਈਮ ਮਿਨਿਸਟਰ ਬਣਨ ਦੀ ਲੋੜ ਹੈ। ਤੁਹਾਡੇ ਆਲੇ ਦੁਆਲੇ ਬੰਦੇ ਬਥੇਰੇ ਫਿਰਦੇ ਜਿਹੜੇ ਹੈਗੇ ਪਏ। ਬਿਲਕੁਲ ਬਿਲਕੁਲ। ਕਿਸੇ ਨੇ ਇੱਕ ਵਾਰੀ ਜਾਰਜ ਬੁਸ਼ ਨੂੰ ਪੁੱਛਿਆ, ਉਹ ਕਹਿੰਦੇ ਕਿ ਤੁਸੀਂ ਤੁਹਾਡੇ ਸਕੈਂਡਲ ਉਹਨਾਂ ਦੇ ਬਹੁਤ ਆਏ ਸੀ ਪਹਿਲਾਂ ਜਿਹੜੇ ਕਰਮਚਾਰੀਆਂ ਦੇ ਜੀ, ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ, ਕਿ ਉਹ ਕਹਿੰਦੇ ਕਿ ਦੇਖੋ ਇਹ ਬੰਦਿਆਂ ਨੂੰ ਜਿਹੜੇ ਬਹੁਤ ਹੀ ਤੁਹਾਡੇ ਕਲੋਜ਼ ਆ ਇਹਨਾਂ ਦੇ ਆ ਗਏ ਸਕੈਂਡਲ, ਤੁਹਾਨੂੰ ਕੋਈ ਪੜ੍ਹਿਆ ਲਿਖਿਆ ਨਹੀਂ ਬੰਦਾ ਲੱਗਦਾ, ਬੰਦੇ ਬਹੁਤ ਲਾਈਕ ਹੈਗੇ ਆ ਸਾਡੇ ਗਵਰਨਮੈਂਟ ਦੇ ਵਿੱਚ। ਉਹ ਕਹਿੰਦਾ ਪੜ੍ਹੇ ਲਿਖੇ ਤਾਂ ਪ੍ਰੈਜ਼ੀਡੈਂਟ ਜਿਹਨੂੰ ਮਰਜ਼ੀ ਖਰੀਦ ਲਵੇ, ਜਿਹੜੇ ਮਰਜ਼ੀ ਸੈਲਰੀ ਦੇ ਦੇਵੇ, ਪਰ ਜਿਹੜੀ ਲਾਇਲਟੀ ਹੁੰਦੀ ਆ ਨਾ, ਇਹ ਕਹਿੰਦਾ ਖਰੀਦਣੀ ਬਹੁਤ ਔਖੀ ਹੈ। ਇਹ ਬੰਦੇ ਕਹਿੰਦਾ ਲਾਇਲ ਆ, ਜਿਹੜੇ ਮੇਰੇ ਨਾਲ ਦੇ ਆ, ਜਿਹੜੇ ਸਕੈਂਡਲ ਆਉਂਦੇ ਆ, ਇਹ ਬੰਦੇ ਮੈਂ ਖੜਾ ਹੋਊਂਗਾ ਤੇ ਗੋਲੀ ਖਾ ਲੈਣਗੇ ਮੇਰੇ ਲਈ। ਉਦਾਂ ਦੇ ਬੰਦੇ ਜਿਹੜੇ ਆ ਉਹ ਵਾਈਟ ਹਾਊਸ ਦੇ ਵਿੱਚ ਵੀ ਹੈਗੇ ਇਹਨਾਂ ਦੇ ਕੋਲ, ਜੋ ਬਾਈਡਨ ਦੇ ਦੁਆਲੇ ਵੀ ਹੈਗੇ ਆ, ਜਿਹੜੇ ਇਹ ਸਵੇਰੇ ਸ਼ਾਮ ਕਹਿੰਦੇ ਹੁੰਦੇ ਹਾਂ ਲੋਕੀ ਰੌਲਾ ਪਾਉਂਦੇ ਜੀ ਤੁਸੀਂ ਤੁਹਾਡੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ ਹੋਇਆ, ਪਲੇਟੋ ਨੂੰ ਤਾਂ ਲਿਖਣਾ ਹੀ ਨਹੀਂ ਸੀ ਆਉਂਦਾ, ਤੁਸੀਂ ਉਦੋਂ ਵੀ ਉੱਤੇ ਆ। ਸੋ ਅਗਲੇ ਸਾਲ ਤਾਈਂ ਕੀ ਹੁੰਦਾ ਕੀ ਨਹੀਂ, ਕੀ ਡੈਮੋਕ੍ਰੈਟਿਕ ਪਾਰਟੀ ਦੇ ਇਹ ਵੀ ਰੌਲਾ ਪਾਉਂਦੇ ਵਿੱਚ ਕਿ ਉਹਨਾਂ ਨੇ ਲੱਗਦਾ ਆ ਕਿ ਆਖਰੀ ਮੂਮੈਂਟ ਤੇ ਆ ਕੇ ਇੱਕ ਨਵਾਂ ਬੰਦਾ ਖੜਾ ਕਰ ਦੇਣਾ ਜੀ। ਸੋ ਅਗਲੇ ਸਾਲ ਤਾਈਂ ਪਤਾ ਲੱਗਣਾ ਵੀ ਇਹ ਗੱਲ ਹੁੰਦੀ ਹੈ ਜਾਂ ਨਹੀਂ ਹੁੰਦੀ। ਡਾਕਟਰ ਸਾਹਿਬ, ਅਮਰੀਕੀ ਲਾਇਬ੍ਰੇਰੀ ਐਸੋਸੀਏਸ਼ਨ ਜਿਹੜੀ ਆ ਉਹ ਕਹਿੰਦੀ ਹੈ ਕਿ ਯੂਐਸ ਦੇ ਸਕੂਲਾਂ ਤੇ ਲਾਇਬ੍ਰੇਰੀਆਂ 'ਚ ਕਿਤਾਬਾਂ ਤੇ ਪਾਬੰਦੀਆਂ ਲਗਾਉਣ ਲਈ ਅਰਜ਼ੀਆਂ ਬਹੁਤ ਜ਼ਿਆਦਾ ਆ ਰਹੀਆਂ ਜੀ, ਕੀ ਕਾਰਨ ਹੈ ਜੀ? ਦੇਖੋ, ਇਹ ਬੜੀ ਪੁਰਾਣੀ ਕਹਿੰਦੇ ਕਸਟਮ ਆ ਕਿ ਕਿਤਾਬਾਂ ਤੇ ਅੱਗ ਲਾਉਂਦੇ ਹੁੰਦੇ। ਲੋਕੀ ਕਿਸੇ ਨੇ ਕਿਤਾਬ ਜੀਸਸ ਤੇ ਕ੍ਰਾਈਸਟ ਦੇ ਖਿਲਾਫ ਲਿਖਤੀ, ਕਿਸੇ ਨੇ ਧਰਮ ਤੇ ਲਿਖਤੀ। ਅਕਸਰ ਧਰਮ ਵਾਲੇ ਜ਼ਿਆਦਾ ਰੌਲਾ ਪਾਉਂਦੇ ਸੀ ਵੀ ਇਹਨਾਂ ਨੇ ਸਾਡੇ ਧਰਮ ਨੂੰ ਨੀਵਾਂ ਦਿਖਾ ਲਿਆ ਜੀ, ਇਹ ਚਾਹ ਲਿਖ ਦਿੱਤਾ। ਪੜ੍ਹੀ ਉਹਨਾਂ ਚੋਂ ਕਿਸੇ ਨੇ ਹੁੰਦੀ ਜਿਹੜੇ ਅੱਗ ਲਾਉਣ ਵਾਲੇ ਖੜੇ ਹੁੰਦੇ, ਤੇ ਉਹਨਾਂ ਨੇ ਪ੍ਰੋਟੈਸਟ ਕਰਨਾ ਹੁੰਦਾ, ਆਪਣਾ ਪੁਆਇੰਟ ਬਣਾਉਣਾ। ਤੇ ਹੁਣ ਇੱਕ ਡੈਮੋਕ੍ਰੇਸੀ ਦੇ ਵਿੱਚ ਅਸੀਂ ਕਹਿੰਦੇ ਆ, ਅਕਸਰ ਵੋਲਟੇਅਰ ਦੀ ਇੱਕ ਕੋਟ ਆ, ਉਹਨੂੰ ਜ਼ਿਆਦਾ ਯਾਦ ਕਰਦੇ ਹੁੰਦੇ ਆ। ਕੋਟ ਹਰ ਇੱਕ ਥਾਂ ਪੜਾਉਂਦੇ ਵੀ ਆ ਕਿ ਹੋ ਸਕਦਾ ਮੈਂ ਤੁਹਾਡੇ ਨਾਲ ਸਹਿਮਤ ਨਾ ਹੋਵਾਂ, ਪਰ ਤੁਹਾਡੇ ਬੋਲਣ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਮੈਨੂੰ ਆਪਣੀ ਜਾਨ ਵੀ ਦੇਣੀ ਪਵੇ, ਕਹਿੰਦਾ ਮੈਂ ਤਿਆਰ ਹਾਂ ਜੀ। ਮਤਲਬ ਇਹ ਡੈਮੋਕ੍ਰੇਸੀ ਦੀ ਸਪਿਰਿਟ ਇਹ ਆ ਕਿ ਕਹਿੰਦੇ ਹੁੰਦੇ ਕਿ ਨਹੀਂ ਆਪਣੇ ਜਬ ਲੱਗ ਦੁਨੀਆ ਰਹੀਏ, ਨਾਨਕ ਕਿਛ ਸੁਣੀਏ ਕਿਛ ਕਹੀਏ। ਇਹ ਹੈਗਾ ਸਪਿਰਿਟ ਆਫ ਡੈਮੋਕ੍ਰੇਸੀ। ਤੇ ਜੇ ਤੁਸੀਂ ਹੁਣ ਬੁੱਕ ਪਬਲੀਕੇਸ਼ਨ ਦੀ ਗੱਲ ਕਰਦੇ ਆ, ਸੋ ਪਹਿਲਾਂ ਤਾਂ ਪਬਲੀਕੇਸ਼ਨਸ ਆਉਂਦੀਆਂ ਸੀ, ਤੁਹਾਡੀ ਮਰਜ਼ੀ ਸੀ, ਤੁਸੀਂ ਪੜ੍ਹਦੇ ਸੀ ਜਾਂ ਨਹੀਂ ਪੜ੍ਹਦੇ ਸੀ, ਉਹਦੇ ਤੇ ਤੁਸੀਂ ਡਿਫੈਂਡ ਕਰ ਸਕਦੇ ਆ ਕਿ ਅਗਲੇ ਨੇ ਆਪਣੇ ਖਿਆਲ ਪੇਸ਼ ਕੀਤੇ ਆ, ਨਹੀਂ ਤੁਸੀਂ ਪੜ੍ਹਨੀ ਤਾਂ ਨਾ ਖਰੀਦੋ, ਤੁਸੀਂ ਨਾ ਦੇਖੋ ਇਹਦੇ ਵੱਲ, ਕੋਈ ਗੱਲ ਨਹੀਂ, ਉਹਨਾਂ ਦੇ ਵੱਖਰੇ ਵਿਚਾਰ ਆ, ਤੁਹਾਡੇ ਵੱਖਰੇ ਵਿਚਾਰ ਆ। ਹੁਣ ਹੈਗੀ ਆ ਕਿ ਸਾਡੇ ਕੋਲ ਹੈਗਾ ਪਬਲਿਕ ਐਜੂਕੇਸ਼ਨ ਸਿਸਟਮ, ਉਹਦੇ ਵਿੱਚ ਅਸੀਂ ਕਰਿਕੂਲਮ ਲਾਉਨੇ ਆ, ਤੇ ਕਰਿਕੂਲਮ ਦੇ ਵਿੱਚ ਜਦੋਂ ਹੁਣ ਬੱਚਿਆਂ ਨੂੰ ਉਹ ਕਿਤਾਬ ਪੜ੍ਹਾਈ ਜਾਂਦੀ ਹੈ ਇੱਕ ਸਿਲੇਬਾਈ ਦੇ ਬੇਸਿਸ ਤੇ ਕਿ ਉਹ ਸਿਲੇਬਸ ਦਾ ਹਿੱਸਾ ਆ, ਤਾਂ ਉਦੋਂ ਫਿਰ ਮਾਂ ਪਿਓ ਜਾ ਕੇ ਉਹਨਾਂ ਨੂੰ ਤੰਗੀ ਹੁੰਦੀ ਵੀ ਇਹ ਸਾਡੇ ਬੱਚਿਆਂ ਨੂੰ ਆਹ ਗੱਲਾਂ ਕੀ ਪੜ੍ਹਾਉਂਦੇ ਆ। ਜਿੱਦਾਂ ਮਿਸਾਲ ਦੇ ਤੌਰ ਤੇ ਹੁਣ ਆਮ ਕਿਤਾਬਾਂ ਚੱਲਦੀਆਂ ਆ ਵੀ ਇੱਕ ਮਾਂ ਪਿਓ ਹੋਣੇ ਚਾਹੀਦੇ ਆ ਬੱਚੇ ਦੇ, ਜਾਂ ਦੋ ਮਾਵਾਂ ਜਾਂ ਦੋ ਪਿਓ ਹੀ ਹੋਣ, ਇਦਾਂ ਦੀਆਂ ਕਿਤਾਬਾਂ ਬਹੁਤ ਆ ਉੱਥੇ। ਤਾਂ ਉਹਨਾਂ ਤੇ ਜਿਹੜੇ ਟ੍ਰੈਡੀਸ਼ਨਲ ਬੰਦੇ ਸੋਚਦੇ ਆ ਵੀ ਇੱਕ ਮਾਂ ਹੁੰਦੀ ਹੈ, ਇੱਕ ਪਿਓ ਹੁੰਦਾ, ਇੱਕ ਫੈਮਿਲੀ ਹੁੰਦੀ ਹੈ, ਤਾਂ ਉਹ ਫਿਰ ਆਬਜੈਕਸ਼ਨ ਕਰਦੇ ਆ ਕਿ ਤੁਸੀਂ ਸਾਡੇ ਬੱਚਿਆਂ ਨੂੰ ਪੜ੍ਹਾ ਕੇ ਰਹੇ। ਬਿਲਕੁਲ। ਤੇ ਉਹ ਲੱਗਦਾ ਤਾਂ ਨਹੀਂ ਹੈ ਡੈਮੋਕ੍ਰੇਸੀ ਦੇ, ਪਰ ਡੈਮੋਕ੍ਰੇਸੀ ਦੀ ਇਹ ਵੀ ਗੱਲ ਹੋਣੀ ਚਾਹੀਦੀ ਹੈ ਵੀ ਤੁਸੀਂ ਜ਼ਬਰਦਸਤੀ ਨਾ ਪੜ੍ਹਾਓ ਕਿਸੇ ਨੂੰ। ਹਾਂ ਠੀਕ ਹੈ, ਉਹਨਾਂ ਨੇ ਕਿਤਾਬਾਂ ਲਿਖਣੀਆਂ, ਉਹ ਜੁਦੀ ਗੱਲ ਹੈ, ਕਿਤਾਬ ਲਿਖ ਦਿੱਤੀ ਆ, ਉਹ ਜਿਹਦੀ ਮਰਜ਼ੀ ਆ ਉਹ ਪੜੂਗਾ, ਜਿਹੜਾ ਨਹੀਂ ਪੜ੍ਹਨੀ ਚਾਹੁੰਦਾ ਨਾ ਪੜੂਗਾ, ਉਹਨੂੰ ਕੋਈ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ। ਹਾਲਾਂਕਿ ਉਹ ਤੇ ਵੀ ਆਬਜੈਕਸ਼ਨ ਲੋਕੀ ਕਰਦੇ ਆ
ਬਹੁਤ ਲੋਕੀ ਜਿਹੜੇ ਜਿਨ੍ਹਾਂ ਨੇ ਕਿਤਾਬ ਦਾ ਕੋਈ ਮੂੰਹ ਨਹੀਂ ਦੇਖਿਆ ਹੁੰਦਾ, ਉਹ ਕਹਿੰਦੇ ਕਿਤਾਬ ਦੇ ਵਿੱਚ ਜੀ ਆਹ ਲਿਖਿਆ ਆਪਣੇ ਕੋਲੋਂ ਹੀ ਬਣਾ ਕੇ, ਤੇ ਇਹ ਸਾਡੇ ਖਿਲਾਫ ਹੈ ਜੀ, ਇਹ ਸਾਡੇ ਹਿੰਦੂਇਜ਼ਮ ਦੇ ਖਿਲਾਫ ਹੈ, ਸਾਡੇ ਇਸਲਾਮ ਦੇ ਖਿਲਾਫ ਹੈ, ਸਾਡੇ ਸਿੱਖਵਾਦ ਦੇ ਖਿਲਾਫ ਹੈ। ਤਾਂ ਉਹਨੂੰ ਫਿਰ ਅੱਗਾਂ ਲਾਉਣ ਤੁਰ ਪੈਂਦੇ। ਅੱਗਾਂ ਲਾਉਣ ਵਾਲਿਆਂ ਨੇ ਕਦੇ ਕਿਤਾਬ ਨਹੀਂ ਪੜ੍ਹੀ ਹੁੰਦੀ। ਪਰ ਜਿਹੜੇ ਹੁਣ ਪੇਰੈਂਟਸ ਆਬਜੈਕਸ਼ਨ ਕਰਦੇ ਆ, ਉਹਨਾਂ ਦੀ ਤਾਂ ਜਾਇਜ਼ ਗੱਲ ਹੈ ਜੀ, ਵੀ ਸਾਡੇ ਬੱਚੇ ਜਿਹੜੇ ਆ, ਇਹਨਾਂ ਦਾ ਤੁਹਾਡੇ ਤੋਂ ਹੋਣਾ ਚਾਹੀਦਾ ਵੀ ਤੁਸੀਂ ਆਪਣੀਆਂ ਵੈਲਿਊਜ਼ ਜਿਹੜੀਆਂ ਆਪਣੀਆਂ ਕਦਰਾਂ ਕੀਮਤਾਂ ਆ, ਉਹ ਬੱਚਿਆਂ ਨੂੰ ਪੜ੍ਹਾਉਂਦੇ ਆ ਤੁਸੀਂ। ਹੁਣ ਜਿਹੜੇ ਬੱਚੇ ਕਿਸੇ ਨੇ ਕੋਈ ਸਮਝਦਾ ਵੀ ਮੈਂ ਆਪਣੇ ਧਰਮ ਦੇ ਅਨੁਸਾਰ, ਆਪਣੇ ਸੱਭਿਆਚਾਰ ਦੇ ਅਨੁਸਾਰ ਪਾਲਣੇ ਆ, ਵੀ ਉਹਨਾਂ ਨੂੰ ਉਹੋ ਜਿਹੀਆਂ ਚੀਜ਼ਾਂ ਪੜ੍ਹਾਈਆਂ ਜਾਣ। ਉਹ ਆਪਣੇ ਹੁਣ ਇੱਥੇ ਸਕੂਲ ਵੀ ਵੱਖਰੇ ਵੱਖਰੇ ਬਣਾਏ ਆ। ਪਬਲਿਕ ਸਕੂਲ ਦੇ ਵਿੱਚ ਵੀ ਉਹ ਤੁਸੀਂ ਸਾਇੰਸ ਪੜ੍ਹਾਓ, ਜਨਰਲ ਹਿਸਟਰੀ ਪੜ੍ਹਾਓ, ਪਰ ਆ ਜਿਹੜੀ ਵੱਖਰੀ ਸੋਸ਼ੀਓਲੋਜੀ ਪੜ੍ਹਾਉਂਦੇ ਆ ਨਾ, ਉਹਦੇ ਤੇ ਆਬਜੈਕਸ਼ਨ ਲਾਉਂਦੇ ਆ ਲੋਕੀ ਜੀ। ਤੇ ਬਹੁਤੇ ਫਿਰ ਥੋੜਾ ਜਿਹਾ ਸਟੈਪ ਗਾਹਾਂ ਵੀ ਚੱਲ ਜਾਂਦਾ। ਉਹ ਕਹਿੰਦੇ ਵੀ ਆ ਲਾਇਬ੍ਰੇਰੀਆਂ ਦੇ ਵਿੱਚ ਤੁਸੀਂ ਇਹ ਕਿਤਾਬਾਂ ਰੱਖੀਆਂ ਆ। ਲਾਇਬ੍ਰੇਰੀ ਦਾ ਤਾਂ ਕੰਮ ਹੀ ਇਹ ਹੈ। ਲਾਇਬ੍ਰੇਰੀ ਨੇ ਤਾਂ ਹਰ ਤਰ੍ਹਾਂ ਦੀ ਕਿਤਾਬ ਰੱਖਣੀ ਆ। ਉਹ ਥੋੜਾ ਜਿਹਾ ਜ਼ਿਆਦਾ ਆ ਕਿ ਚਲੋ ਲਾਇਬ੍ਰੇਰੀ ਨੇ ਕਿਤਾਬ ਰੱਖੀ ਹੈ, ਤੁਹਾਡੀ ਮਰਜ਼ੀ ਆ, ਉਹਨੂੰ ਪਿਕ ਕਰੋ ਚਾਹੇ ਨਾ ਲਓ, ਤੁਸੀਂ ਪੜ੍ਹਨੀ ਤਾਂ ਤੁਸੀਂ ਆ ਨਾ, ਤੁਹਾਨੂੰ ਕੋਈ ਫੋਰਸ ਨਹੀਂ ਕਰਦਾ। ਪਰ ਬੱਚਿਆਂ ਨੂੰ ਫੋਰਸ ਕੀਤਾ ਜਾਂਦਾ, ਉਹਨਾਂ ਨੂੰ ਤਾਂ ਸਵਾਲ ਕੀਤੇ ਜਾਂਦੇ ਨੇ ਪੂਰੇ ਕਾਗਜ਼ ਨਾਲੇ, ਉਹਨਾਂ ਤੇ ਜੋ ਮਰਜ਼ੀ ਲਿਖ ਦਿਓ ਜੀ। ਇਸੇ ਕਰਕੇ ਉਹਨਾਂ ਦੇ ਪੇਰੈਂਟਸ ਜਿਹੜੇ ਆ ਪ੍ਰੋਟੈਸਟ ਕਰਦੇ ਆ। ਹੁਣ ਜਿਹੜੇ ਬੰਦੇ ਕਹਿੰਦੇ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਜੀ, ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਲਿਖਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਉਹ ਇਹ ਗੱਲ ਭੁੱਲ ਜਾਂਦੇ ਆ ਕਿ ਕਈ ਵਾਰੀ ਜਿੱਦਾਂ ਅਸ਼ੋਕ ਮਹਾਰਾਜ ਦੇ ਇੱਕ ਸਮਰਾਟ ਦੇ ਪਹਿਲਾਂ ਨਾ ਪੱਥਰਾਂ ਤੇ ਲਿਖਦੇ ਹੁੰਦੇ ਸੀ ਜੇ ਕੋਈ ਮੈਸੇਜ ਭੇਜਣਾ। ਉਦੋਂ ਆਈਫੋਨ ਤਾਂ ਹੁੰਦੇ ਨਹੀਂ ਸੀ ਵੀ ਟੈਕਸਟ ਕਰ ਦਿਓ। ਉਹਨਾਂ ਨੇ ਪੱਥਰਾਂ ਤੇ ਲਿਖ ਕੇ ਤਾਂ ਬਾਹਰ ਸ਼ਹਿਰ ਦੇ ਲਾਉਂਦੇ ਹੁੰਦੇ ਸੀ ਜਾਂ ਹਾਈਵੇ ਦੇ ਲਾਉਂਦੇ ਸੀ ਵੀ ਲੋਕੀ ਪੜ੍ਹਦੇ ਜਾਣ। ਤਾਂ ਇੱਕ ਪੁਰਾਣਾ ਸ਼ਿਲਾ ਆ, ਉੱਤੇ ਲਿਖਿਆ ਆ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰਨਾ ਨਾ ਤਾਂ ਕਰ ਸਕਦੇ ਆ, ਪਰ ਦੂਸਰੇ ਦੇ ਧਰਮ ਨੂੰ ਨੀਵਾਂ ਨਾ ਸੁੱਟੋ। ਜਿੱਦਾਂ ਤੁਸੀਂ ਗੁਰਦੁਆਰੇ ਜਾ ਕੇ ਦੇਖ ਲਓ, ਜੇ 100 ਗੱਲਾਂ ਕਹਿਣੀਆਂ ਉਹਨੇ 70 ਦੂਜਿਆਂ ਤੇ ਛਿੱਲ ਲਾਉਣੀ ਹੈ ਪਹਿਲਾਂ। ਇਹ ਨਹੀਂ ਵੀ ਆਪਣੇ ਧਰਮ ਦੀ ਗੱਲ ਕਰਨੀ, ਤੁਸੀਂ ਆਪਦੇ ਨੂੰ ਚੰਗਾ ਦੱਸੋ, ਤੁਸੀਂ ਆਪਣੇ ਆਪਣੀ ਤੂਤੀ ਚਲਾਓ, ਜੋ ਮਰਜ਼ੀ ਤੁਹਾਨੂੰ ਚੰਗਾ ਲੱਗਦਾ ਉਹ ਬੋਲੀ ਚੱਲੋ, ਤੁਹਾਨੂੰ ਕੋਈ ਨਹੀਂ ਕੁਛ ਕਹਿੰਦਾ। ਪਰ ਜਦੋਂ ਤੁਸੀਂ ਸ਼ੁਰੂ ਹੀ ਇਦਾਂ ਕਰਦੇ ਜੀ, ਉਹ ਫਲਾਣੇ ਧਰਮ ਨੇ ਇਦਾਂ ਕੀਤਾ, ਫਲਾਣੇ ਨੇ ਇਦਾਂ ਕੀਤਾ, ਉਹ ਇੰਨੇ ਮਾੜੇ ਆ, ਉਹ ਇੰਨੇ ਮਾੜੇ ਆ, ਤੇ ਫਿਰ ਤੁਸੀਂ ਦੱਸਣਾ ਕੀ ਚਾਹੁੰਦੇ ਵੀ ਅਸੀਂ ਸਭ ਤੋਂ ਉੱਤਮ ਹੈ। ਬਿਲਕੁਲ ਇਹ ਹੈਗੀ ਹੈ, ਇਹ ਹੈਗਾ ਕਾਸਟ ਸਿਸਟਮ। ਸਪੀਚਸ ਦੇ ਵਿੱਚ, ਕੀਰਤਨ ਦੇ ਵਿੱਚ ਹਰ ਚੀਜ਼ ਨੂੰ ਉੱਪਰ ਦੱਸਣਾ ਜੀ। ਇਹੀ ਆ, ਊਚ ਨੀਚ ਦਾ ਫਰਕ ਤਾਂ ਉਹੀ ਆ ਨਾ, ਵੀ ਸਾਡਾ ਧਰਮ ਸਭ ਤੋਂ ਉੱਤੇ ਆ, ਦੂਜੇ ਨੀਚੇ ਆ। ਉਹ ਕਹਿੰਦਾ ਸੀ, ਦੇਖ ਲਓ 2000 ਸਾਲ ਦੀ ਗੱਲ ਹੈ, ਉਸ ਵੇਲੇ ਵੀ ਉਹਨੇ ਲੋਕਾਂ ਨੂੰ ਇਹ ਮੱਤ ਦਿੱਤੀ ਵੀ ਦੂਜਿਆਂ ਨੂੰ ਨੀਵਾਂ ਸਿੱਟ ਕੇ ਆਪਣਿਆਂ ਨੂੰ ਉੱਚਾ ਸਾਬਤ ਨਾ ਕਰੋ। ਹਾਂ, ਆਪਣੇ ਬਾਰੇ ਦੱਸੀ ਚਲੋ, ਦੱਸ ਦਿਓ ਵੀ ਮੈਂ 6 ਫੁੱਟ ਆ, ਮੈਂ ਇੰਨੇ ਮੇਰੇ ਪਾਉਂਡ ਆ, ਪਰ ਇਹ ਦੱਸਣ ਦੀ ਲੋੜ ਨਹੀਂ ਮੈਂ ਫਲਾਣੇ ਦੀ ਗਿੱਚੀ ਤੋੜੀ ਸੀ, ਫਲਾਣੇ ਦੀ ਤੋੜੀ ਸੀ, ਮੈਂ ਉਹਨੂੰ ਕਰ ਸਕਦਾ, ਮੈਂ ਉਹਨੂੰ ਵੀ ਕਰ ਸਕਦਾ। ਸੋ ਇੱਕ ਪਾਸੇ ਜਿਹੜੀ ਬੈਨ ਆ ਡਿਮਾਂਡ, ਉਹ ਜਸਟੀਫਾਈ ਵੀ ਹੈਗੀ ਆ ਸਕੂਲਾਂ ਦੇ ਵਿੱਚ ਕੀ ਪੜ੍ਹਾਇਆ ਜਾਂਦਾ, ਤੇ ਦੂਸਰੇ ਪਾਸੇ ਜਿਹੜੀ ਲਾਇਬ੍ਰੇਰੀ ਦੇ ਵਿੱਚ ਕਿਤਾਬ ਆਉਂਦੀ ਹੈ, ਜਿਹੜੀ ਛਾਪਣ ਵਾਲੀ ਕਿਤਾਬ ਦੀ ਗੱਲ ਕਰਦੇ ਆ, ਉਹਦੇ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ। ਕਿਸੇ ਨੇ ਆਪਣੇ ਵਿਚਾਰ ਪੇਸ਼ ਕੀਤੇ ਆ, ਕਰੀ ਜਾਣ, ਬਿਲਕੁਲ, ਤੁਸੀਂ ਨਾ ਪੜੋ। ਬਿਲਕੁਲ। ਸੋ ਡਾਕਟਰ ਸਾਹਿਬ, ਫਰਾਂਸ ਦੇ ਵਿੱਚ ਕੁੜੀਆਂ ਤੇ ਇਹਨਾਂ ਸਕੂਲਾਂ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਇਸਲਾਮੀ ਪਹਿਰਾਵਾ ਜਿਹੜਾ ਉਹਦੇ ਤੇ ਪਾਬੰਦੀ ਲਗਾਈ ਗਈ ਹੈ, ਇਹ ਕੀ ਕਾਰਨ ਹੈ ਜੀ? ਅਬਾਇਆ ਇਹਨੂੰ ਵੈਸੇ ਕਹਿੰਦੇ ਹੁੰਦੇ, ਪਤਾ ਨਹੀਂ ਅਰਬੀ ਕੀ ਕਹਿੰਦੇ ਹੋਣੇ, ਅਰਬੀ ਸ਼ਬਦ ਆ ਇਹ। ਉਹ ਜਿਹੜਾ ਤੁਸੀਂ ਅਰਬ ਦੇਸ਼ ਦੇ ਬੰਦਿਆਂ ਦੇ ਵੀ ਦੇਖਦੇ ਆ, ਉੱਪਰੋਂ ਥੱਲੇ ਦਾ ਇੱਕੋ ਹੀ ਕੁੜਤਾ ਜਿਹਾ ਪਾਇਆ ਹੁੰਦਾ। ਹਾਂਜੀ ਹਾਂਜੀ। ਸਾਰਾ ਸਰੀਰ ਲਈ ਇੱਕੋ ਹੀ ਕੱਪੜਾ, ਚੋਲਾ ਟਾਈਪ ਜਿਹਾ ਆਪਣੇ ਸਾਧਾ ਸੰਤਾਂ ਜਿਹਨੇ ਵੀ ਪਾਇਆ ਹੁੰਦਾ ਜੀ ਜੀ। ਤੇ ਉਹ ਔਰਤਾਂ ਉੱਥੇ ਪਾ ਕੇ ਆਉਂਦੀਆਂ, ਉਹ ਅਰਬੀ ਡਰੈਸ ਆ ਵੈਸੇ। ਤੇ ਉਹ ਕਿਸੇ ਨੇ ਆਬਜੈਕਸ਼ਨ ਕੀਤਾ ਵੀ ਇਹ ਧਾਰਮਿਕ ਚਿੰਨ੍ਹ ਆ,
ਇਸਲਾਮ ਦੇ ਨਾਲ ਜੁੜਿਆ ਹੈ। ਹੁਣ ਇਹ ਇਸਲਾਮ ਦੇ ਨਾਲ ਜੁੜਿਆ ਹੈ ਜਾਂ ਵੈਸੇ ਕਲਚਰ ਦਾ ਉਹਨਾਂ ਦਾ ਆਪਣਾ ਤਰੀਕਾ ਹੈ ਕਿ ਉਹ ਇਸ ਕਰਕੇ ਅਬਾਇਆ ਪਾਉਂਦੇ ਆ ਵੀ ਉਹਨਾਂ ਦੇ ਸੱਭਿਆਚਾਰ ਦੇ ਵਿੱਚ ਪੁਰਾਣੇ ਰਹੁ ਰੀਤ ਆ ਉਹਨਾਂ ਦੀ ਜਿਹੜੇ ਪਾਉਂਦੇ ਹੋਣਗੇ। ਇਹ ਤੇ ਦੋ ਰਾਵਾਂ ਚੱਲਦੀਆਂ ਅਜੇ ਤਾਈਂ। ਕਈ ਬੰਦੇ ਕਹਿੰਦੇ ਕਿ ਅਰਬਿਕ ਕਲਚਰ ਦਾ ਹਿੱਸਾ ਆ ਵੀ ਉੱਥੇ ਗਰਮੀ ਵਗੈਰਾ ਜ਼ਿਆਦਾ ਹੁੰਦੀ ਸੀ, ਮਰਦ ਤੇ ਔਰਤਾਂ ਇੱਕੋ ਹੀ ਖੁੱਲਾ ਜਿਹਾ ਉਹ ਕੁੜਤਾ ਜਿਹਾ ਪਾ ਲੈਂਦੇ ਸੀ ਤੇ ਉਹ ਥੱਲਿਓਂ ਹਵਾ ਵੀ ਲੱਗਦੀ ਰਹਿੰਦੀ ਸੀ, ਨਾਲੇ ਸਰੀਰ ਤੇ ਢੱਕਿਆ ਰਹਿੰਦਾ ਸੀ ਸਾਰੇ ਦਾ ਸਾਰਾ ਹੀ। ਤੇ ਦੂਜੇ ਕਹਿੰਦੇ ਆ ਵੀ ਇਸਲਾਮ ਦੇ ਵਿੱਚ ਸਾਰਾ ਸਰੀਰ ਢੱਕਣ ਨੂੰ ਪ੍ਰੋੜਤਾ ਕੀਤੀ ਗਈ ਹੈ ਵੀ ਤੁਸੀਂ ਅੰਗ ਕੋਈ ਦਿਖਾਲਣਾ ਨਹੀਂ, ਤੇ ਉਹ ਇਹਨੂੰ ਇਸਲਾਮ ਦੇ ਨਾਲ ਜੋੜਦੇ ਆ। ਹੁਣ ਇਸਲਾਮ ਨਾਲ ਜਿਹੜੇ ਜੋੜਦੇ ਉਹਨਾਂ ਨੇ ਪੰਗਾ ਪਾਤਾ ਕਿਉਂਕਿ ਫਰਾਂਸ ਦੇ ਵਿੱਚ ਇੱਕ ਸੈਕੂਲਰਿਜ਼ਮ ਦਾ ਲਾਅ ਆ। ਉਹਨਾਂ ਨੇ ਕਹਿੰਦੇ ਵੀ ਜਿਹੜੇ ਸਾਡੇ ਸਕੂਲ ਆ ਪਬਲਿਕ ਸਕੂਲ ਆ ਜਿੱਥੇ ਟੈਕਸ ਪੇਅਰਸ ਨੇ ਫੰਡ ਕੀਤੇ ਆ, ਉਹਨਾਂ ਨੇ ਟੈਕਸ ਪੇਅਰਸ ਨੇ ਉਹਨਾਂ ਦੀਆਂ ਬਿਲਡਿੰਗ ਖਰੀਦੀਆਂ, ਉਹਨਾਂ ਨੇ ਟੀਚਰਸ ਬਣਾਏ ਆ, ਜੋ ਕੁਝ ਵੀ ਅਸੀਂ ਪੜਾਉਨੇ ਆ ਪਬਲਿਕ ਐਜੂਕੇਸ਼ਨ ਦੇ ਥਰੂ, ਉੱਥੇ ਤੁਸੀਂ ਕੋਈ ਵੀ ਧਾਰਮਿਕ ਚੈਨਲ ਨਹੀਂ ਲੈ ਕੇ ਆ ਸਕਦੇ ਜੀ। ਇਸ਼ੂ ਬਣੀ ਸੀ ਇਸਲਾਮ ਦੀ ਕਿਉਂਕਿ ਇਹ ਪਹਿਲਾਂ ਕੈਪ ਵੀ ਲੈਂਦੇ ਹੁੰਦੇ ਸੀ ਜੀ, ਤੇ ਉਹ ਕਹਿੰਦੇ ਸੀ ਕੈਪ ਬੰਦ ਕਰਨੀ ਹੈ, ਰੋਜ਼ਰੀ ਕੋਈ ਨਹੀਂ ਉੱਥੇ ਆ ਕੇ ਫੇਰ ਸਕਦਾ। ਸਾਡੇ ਤਾਂ ਇੱਥੇ ਲੜੀ ਜਾਂਦੇ ਆ ਨਾ ਵੀ ਕਿਸੇ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਸਾਨੂੰ ਜੀ ਪ੍ਰੇਅਰ ਕਰਨ ਲਈ ਜਗ੍ਹਾ ਹੈ ਨਹੀਂ। ਉਹਨਾਂ ਨੂੰ ਪੁੱਛੋ ਵੀ ਯੂਨੀਵਰਸਿਟੀ ਆ ਇਹ ਕੋਈ ਗੁਰਦੁਆਰਾ ਜਾਂ ਮੰਦਿਰ ਥੋੜੋ, ਤੁਸੀਂ ਪ੍ਰੇਅਰ ਕਰਨੀ ਹੈ ਤਾਂ ਆਪਣੇ ਗੁਰਦੁਆਰੇ ਜਾਓ, ਮੰਦਿਰ ਜਾਓ, ਮਸਜਿਦ ਜਾਓ, ਚਰਚ ਦੇ ਵਿੱਚ ਜਾ ਕੇ ਕਰੋ। ਇਹ ਇੱਥੇ ਤੁਸੀਂ ਕੁਝ ਸਿੱਖਣ ਆਏ ਆ, ਕੁਝ ਹੋਰ ਇੱਥੇ ਸਿੱਖਣ ਆਏ ਆ ਵੀ ਰਿਸਰਚ ਕਿਵੇਂ ਕਰੀਦੀ ਆ, ਸਵਾਲ ਕਿੱਦਾਂ ਕਰੀਦੇ ਆ। ਜੇ ਤੁਸੀਂ ਇਹ ਨਹੀਂ ਸਿੱਖਦੇ ਤੇ ਉਹਨਾਂ ਨੇ ਸਾਡੀ ਪੱਗ ਵੀ ਬੈਨ ਕੀਤੀ ਹੈ ਵੈਸੇ ਫਰਾਂਸ ਦੇ ਵਿੱਚ ਜੀ। ਪੱਗ ਤੇ ਪਹਿਲਾਂ ਸਵਾਲ ਪੁੱਛਿਆ ਸੀ, ਇੱਕ ਵਾਰੀ ਉਹਨਾਂ ਨੇ ਹਾਈਐਸਟ ਅਥਾਰਟੀ ਨੂੰ ਵੀ ਪੁੱਛਿਆ ਵੀ ਇਹ ਕਲਚਰਲ ਚਿੰਨ੍ਹ ਆ ਕਿ ਧਾਰਮਿਕ ਚਿੰਨ੍ਹ ਆ। ਇਹਨਾਂ ਨੇ ਕਿਹਾ ਵੀ ਬੰਦਿਆਂ ਨੇ ਵੀ ਧਾਰਮਿਕ ਚਿੰਨ੍ਹ ਆ। ਉਹ ਕਹਿੰਦੇ ਧਰਮ ਦਾ ਕਰਕੇ ਅਸੀਂ ਬੰਦ ਕਰ ਦੇਣਾ। ਜੇ ਤੁਸੀਂ ਇਹ ਕਹੋ ਵੀ ਇਹ ਕਲਚਰਲ ਗੱਲ ਹੈ ਵੀ ਸਾਡੇ ਕਈ ਬੰਦੇ ਧਾਰਮਿਕ ਨਹੀਂ ਵੀ ਹੁੰਦੇ, ਉਹਨਾਂ ਦੀ ਪੱਗ ਬੰਨੀ ਹੁੰਦੀ। ਅਕਸਰ ਕਹਿੰਦੇ ਹੁੰਦੇ ਆ ਵੀ ਸਿਰ ਢਕਣਾ ਸਾਡੇ ਸੱਭਿਆਚਾਰ 'ਚ ਇਹ ਮੰਨਿਆ ਜਾਂਦਾ ਵੀ ਅਸੀਂ ਸਿਰ ਢੱਕ ਕੇ ਕਿਸੇ ਨੂੰ ਮਿਲਦੇ ਆ ਤਾਂ ਉਹਦੀ ਇੱਜ਼ਤ ਕਰਦੇ ਆ, ਸਤਿਕਾਰ ਕਰਦੇ ਆ। ਇਹ ਸਾਡੇ ਯੂਰਪ ਦੇ ਵਿੱਚ ਉਲਟਾ ਆ, ਜੇ ਕਿਸੇ ਨੇ ਟੋਪੀ ਲਈ ਹੋਵੇ ਉਹ ਕਿਸੇ ਬੰਦੇ ਨੂੰ ਮਿਲਦਾ ਉਹ ਟੋਪੀ ਲਾ ਕੇ ਮਿਲਦਾ ਵੀ ਉਹਦੇ ਵਿੱਚ ਇੱਜ਼ਤ ਸਮਝਦੇ। ਉਲਟ ਸੱਭਿਆਚਾਰ ਉਲਟੇ ਆ ਨਾ, ਤੇ ਉੱਥੇ ਫਿਰ ਪੱਗ ਵੀ ਬੈਨ ਕੀਤੀ ਇਸ ਕਰਕੇ ਕਿ ਕਿਉਂਕਿ ਉਹ ਕਹਿੰਦੇ ਵੀ ਇਹ ਧਾਰਮਿਕ ਚਿੰਨ੍ਹ ਆ ਕੋਈ ਵੀ। ਅਸੀਂ ਫਿਰ ਉੱਥੇ ਆ ਗਈ ਕਿਰਪਾਨ ਦੀ ਇਸ਼ੂ ਵੀ ਆਈ ਸੀ ਫਰਾਂਸ ਦੇ ਵਿੱਚ ਕਿ ਕਿਰਪਾਨ ਲੈ ਕੇ ਬੱਚਾ ਜਾ ਸਕਦਾ। ਉਹਨਾਂ ਨੇ ਸਵਾਲ ਪੁੱਛਿਆ ਜਿਹੜਾ ਅੱਜ ਤਾਈਂ ਉਹਨਾਂ ਨੂੰ ਜਵਾਬ ਨਹੀਂ ਮਿਲਿਆ। ਉਹ ਇਹੀ ਸਵਾਲ ਇਹੀ ਸੀ ਵੀ ਜੇ ਤਾਂ ਇਹ ਧਾਰਮਿਕ ਚਿੰਨ੍ਹ ਆ ਫੇਰ ਤਾਂ ਅਸੀਂ ਬੈਨ ਕਰਨਾ, ਤੇ ਜੇ ਤੁਸੀਂ ਇਹਨੂੰ ਕੋਈ ਸੱਭਿਆਚਾਰ ਨਾਲ ਜੋੜਦੇ ਆ, ਹੋਰ ਕੋਈ ਗੱਲ ਨਾਲ ਜੋੜਦੇ ਆ, ਤੇ ਉਹ ਸਾਨੂੰ ਦੱਸੋ ਵੀ ਕੀ ਗੱਲ ਹੈ, ਵੀ ਕਿਉਂ ਪਾਉਨੇ ਆ ਤੁਸੀਂ ਕਿਰਪਾਨ, ਕਿਉਂ ਪਾਉਨੇ ਆ? ਕਿਉਂਕਿ ਸਿਕਿਉਰਿਟੀ ਦੀ ਵਿਊ ਪੁਆਇੰਟ ਤੋਂ ਅਸੀਂ ਸਮਝਦੇ ਆ ਕਿ ਬੱਚੇ ਦੇ ਕੋਲ ਕਿਸੇ ਦੇ ਕੋਲ ਕਿਰਪਾਨ ਨਹੀਂ ਹੋਣੀ ਚਾਹੀਦੀ। ਉਹ ਬੱਚਾ ਦੂਜਿਆਂ ਨੂੰ ਡਰਾ ਸਕਦਾ ਜਾਂ ਮਾਰ ਸਕਦਾ, ਕਿਉਂਕਿ ਇਨਸੀਡੈਂਟ ਅੱਜ ਤਾਈਂ ਹੋਏ ਆ ਕਈ ਇਨਸੀਡੈਂਟ ਹੋਏ ਆ ਵੀ ਜਿੱਥੇ ਬੱਚੇ ਨੇ ਕਿਰਪਾਨ ਮਾਰੀ ਕਿਸੇ ਦੇ। ਇਹਨਾਂ ਨੇ ਪਹਿਲਾਂ ਤਾਂ ਕਹਿਤਾ ਕਿ ਨਹੀਂ ਇਹ ਤਾਂ ਸਾਡਾ ਚਿੰਨ੍ਹ ਆ ਕਿ ਉਹਦੇ ਵਿੱਚ ਸਿੰਬਲਾਈਜ਼ ਕੀਤਾ ਆ, ਆਖਰੀ ਮੌਕੇ ਤੇ ਤੁਸੀਂ ਕਿਰਪਾਨ ਵਰਤ ਸਕਦੇ ਆ। ਉਹ ਕਹਿੰਦੇ ਵੀ ਇਹਦਾ ਮਤਲਬ ਹਥਿਆਰ ਆ, ਹਥਿਆਰ ਅਸੀਂ ਸਿਕਿਉਰਿਟੀ ਦਾ ਕਰਕੇ ਬੰਦ ਕੀਤੇ ਆ। ਉਹ ਸੈਕੂਲਰਿਜ਼ਮ ਚ ਨਹੀਂ ਆਉਂਦੇ, ਹਥਿਆਰ ਕੀਤੇ ਬੰਦ ਕਿਉਂਕਿ ਇਹ ਸਿਕਿਉਰਿਟੀ ਦੀ ਇਸ਼ੂ ਆ ਜੀ, ਸੁਰੱਖਿਆ ਦੀ ਇਸ਼ੂ ਆ ਲੋਕਾਂ ਨੂੰ, ਤਾਂ ਹੀ ਜਹਾਜ਼ਾਂ ਦੇ ਵਿੱਚ ਨਹੀਂ ਪਾਉਣ ਦਿੰਦੇ। ਉਹ ਕਹਿੰਦੇ ਵੀ ਤੁਸੀਂ ਤਾਂ ਆਪਣੇ ਜਹਾਜ਼ ਅਗਵਾ ਕਰ ਸਕਦੇ ਆ ਜੇ ਤੁਸੀਂ ਕਿਰਪਾਨ ਪਾਈ ਹੈ। ਬਿਲਕੁਲ। ਤੇ ਜੇ ਤੁਸੀਂ ਕਹਿੰਦੇ ਧਾਰਮਿਕ ਆ, ਉਦਾਂ ਹੀ ਚਿੰਨ੍ਹ ਆ, ਤਾਂ ਫੇਰ ਅਸੀਂ ਇਸ ਕਰਕੇ ਬੈਨ ਕੀਤਾ ਹੈ ਵੀ ਜਿਹੜੇ ਚਿੰਨ੍ਹ ਆ ਤੁਸੀਂ ਆਪਣੇ ਗੁਰਦੁਆਰੇ ਦਿਖਾਓ, ਆਪਣੇ ਮੰਦਿਰ 'ਚ ਦਿਖਾਓ ਜਾ ਕੇ,
ਪਰ ਆਪਣੇ ਘਰ ਦਿਖਾਓ, ਸਾਡੀ ਜਿਹੜੀ ਪਬਲਿਕ ਜਗ੍ਹਾ ਉੱਥੇ ਨਾ ਦਿਖਾਓ। ਤੇ ਹੁਣ ਆ ਜਿਹੜੀ ਲੇਟੈਸਟ ਆ ਉਹ ਹੈਗੀ ਆ, ਇਹ ਤੇ ਡਿਸਕਸ਼ਨ ਬਹੁਤ ਚਿਰਾਂ ਦੀ ਹੁੰਦੀ ਸੀ, ਜਿਹੜਾ ਕੁਰਤੇ ਜਰਗਾ ਵਾਇਆ ਪਾਇਆ ਹੈ ਇਹਨਾਂ ਨੇ। ਤੇ ਹਾਲਾਂਕਿ ਜਿਹੜੇ ਅਜੇ ਵੀ ਬੰਦੇ ਦੂਸਰੇ ਪਾਸੇ ਕਹਿ ਰਹੇ ਆ ਕਿ ਜਦੋਂ ਇਸਲਾਮ ਨਹੀਂ ਵੀ ਹੁੰਦਾ ਸੀ ਅਰਬ ਮੁਲਕਾਂ ਦੇ ਵਿੱਚ, ਉਦੋਂ ਵੀ ਡਰੈਸ ਕੋਡ ਇਹੀ ਹੁੰਦਾ ਸੀ ਜੀ। ਹੁਣ ਪ੍ਰੋਬਲਮ ਤਾਂ ਇਹ ਆ ਵੀ ਉਦੋਂ ਦੀਆਂ ਫੋਟੋ ਨਹੀਂ ਹੈ ਪੁਰਾਣੀਆਂ ਦਿਖਾ ਦੇਣ। ਉਹ ਕਹਿੰਦੇ ਵੀ ਇਹ ਇਸਲਾਮ ਦਾ ਕਰਕੇ ਨਹੀਂ ਆਇਆ, ਇਹ ਪਹਿਲਾਂ ਵੀ ਹੁੰਦਾ ਸੀ। ਬਿਲਕੁਲ ਉੱਥੇ ਅਰਬ ਦੇਸ਼ਾਂ ਦੇ ਵਿੱਚ ਅਕਸਰ ਲੋਕ ਪਾਉਂਦੇ ਹੁੰਦੇ ਸੀ। ਜਿਹਦਾ ਪੱਗ ਆ, ਪੱਗ ਕੋਈ ਸਿੱਖ ਧਰਮ ਦਾ ਕਰਕੇ ਨਹੀਂ ਆਈ। ਦੁਨੀਆ ਦੇ ਵਿੱਚ ਤੁਸੀਂ ਦੇਖੋ ਪੱਗ ਬਹੁਤ ਬੰਦੇ ਟਰਕੀ ਤੋਂ ਸ਼ੁਰੂ ਹੋ ਜਾਂਦੇ ਆ। ਤੁਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਚੱਕਰ ਮਾਰ ਲਓ, ਬਹੁਤ ਲੋਕਾਂ ਨੇ ਪੱਗ ਬੰਨੀ ਹੁੰਦੀ। ਅਫਗਾਨ ਸਾਰੇ ਬੰਦੇ ਨਾ। ਜਿਹੜੇ ਬੰਦੇ ਸਿੱਖ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਇਹਨੂੰ, ਉਹਨਾਂ ਨੇ ਕਦੇ ਕੁਝ ਦੇਖਿਆ ਹੀ ਨਹੀਂ। ਅੰਨੇ ਬੰਦੇ ਇਹ ਕਹਿ ਰਹੇ ਆ ਕਿ ਸਿੱਖਾਂ ਦਾ ਚੈਨਿਆ ਪੱਗ, ਸਿੱਖਾਂ ਦੇ 5 ਕੱਕੇ ਆ, ਪੱਗ ਨਹੀਂ 5 ਪੱਗ ਜਿਹੜੀ ਕੱਕੇ ਨਾਲ ਨਹੀਂ ਸ਼ੁਰੂ ਹੁੰਦੀ। ਬਿਲਕੁਲ। ਜਿਵੇਂ ਡਾਕਟਰ ਸਾਹਿਬ ਬੜਾ ਵੱਧ ਰਿਹਾ ਹੈ ਜਿਹੜਾ ਕੱਟੜਤਵਾਦ, ਜਿਹੜਾ ਇੰਡੋਨੇਸ਼ੀਆ ਦੇ ਵਿੱਚ ਵੀ ਹੁਣ ਤੁਸੀਂ ਖਬਰਾਂ ਦੇ ਵਿੱਚ ਵੀ ਸੁਣਿਆ ਸੀਗਾ ਵੀ 14 ਕੁੜੀਆਂ ਦੇ ਸਿਰ ਹੀ ਮੁੰਨ ਤੇ ਉਹਨੇ ਮਾਸਟਰ ਨਹੀਂ। ਉਹ ਵੀ ਕਹਿੰਦਾ ਵੀ ਜਿਹੜਾ ਹਿਜਾਬ ਲਿਆ ਹੈ, ਸੌਰੀ, ਉਹ ਠੀਕ ਢੰਗ ਨਾਲ ਨਹੀਂ ਲਿਆ। ਦੱਸੋ ਇਹ ਤੁਸੀਂ ਪਹਿਲਾਂ ਤਾਂ ਹਿਜਾਬ ਜਿਹੜਾ ਸਮਝਦੇ, ਤੁਸੀਂ ਕਹਿੰਦੇ ਕਿ ਇਹ ਇੱਜ਼ਤ, ਇਸ ਤਰ੍ਹਾਂ ਇੱਜ਼ਤ ਰੱਖਦੇ ਆ, ਤੁਸੀਂ ਸਿਰ ਢੱਕਿਆ ਆ, ਇਹ ਸਾਡੇ ਲਈ ਮਹੱਤਵਪੂਰਨ ਗੱਲ ਹੈ। ਪਰ ਕਿਸੇ ਕੁੜੀ ਦਾ, ਕਿਸੇ ਲੜਕੀ ਦਾ ਸਿਰ ਮੁੰਨਣਾ, ਇਹ ਬਹੁਤੀ ਇੱਜ਼ਤ ਵਾਲੀ ਗੱਲ ਹੈ। ਬਹੁਤ ਇੱਜ਼ਤ ਵਾਲੀ ਗੱਲ ਹੈ। ਬਿਲਕੁਲ। ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਆ ਜੀ। ਤੇ ਇਹ ਸੀਗੀ ਵੀ ਧਾਰਮਿਕ ਸਕੂਲ ਦੀ ਗੱਲ ਹੈ। ਹਾਂ, ਧਾਰਮਿਕ ਸਕੂਲ ਦੀ ਗੱਲ ਹੈ। ਬਿਲਕੁਲ। ਧਰਮ ਇਹ ਸਿਖਾਉਂਦਾ ਆ ਵੀ ਤੁਸੀਂ ਸਿਰ ਢੱਕ ਲਓ, ਇਹ ਨਹੀਂ ਸਿਖਾਉਂਦਾ ਵੀ ਤੁਸੀਂ ਉਹਨਾਂ ਦੇ ਸਿਰ ਨਾ ਮੁੰਨੋ। ਵੀ ਥੋੜੇ ਵਾਲ ਦੱਸਦੇ, ਕਹਿੰਦਾ ਉਹ ਗੱਲ, ਥੋੜੇ ਵਾਲ ਦੱਸਦੇ, ਕਿਉਂ ਦੱਸਦੇ? ਉਹ ਤਾਂ ਉਹਨਾਂ ਦੇ ਭਰੋਟਿਆਂ ਤੇ ਵੀ ਦਿਖਦੇ ਹੋਣੇ। ਹਾਂ, ਬਿਲਕੁਲ। ਉਹ ਵੀ ਉਹਨਾਂ ਦੀਆਂ ਅੱਖਾਂ ਕੱਢ ਦਿਓ ਤਾਂ ਉਹਨਾਂ ਦੇ ਭਰੋਟੇ ਨੂੰ ਅੱਗ ਲਾ ਦਿਓ। ਹਾਂ, ਬਹੁਤ ਵਧੀਆ। ਚਲੋ ਡਾਕਟਰ ਸਾਹਿਬ, ਜਿਹੜਾ ਯੂਕਰੇਨ ਦਾ ਸਾਬਕਾ ਪ੍ਰੋਸੀਕਿਊਟਰ ਕਹਿੰਦਾ ਹੈ ਕਿ ਓਬਾਮਾ ਦੇ ਦੌਰ ਦੇ ਵਿੱਚ ਹੰਟਰ ਦੀ ਜਿਹੜੀ ਡਾਇਰੈਕਟਰਸ਼ਿਪ ਵਾਲੀ ਇੱਕ ਬੁਰਸਮਾ ਕੋਈ ਫਰਮ ਹੈ, ਉਹਦੀ ਕਹਿੰਦਾ ਮੈਂ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਮੈਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਉਹਨਾਂ ਨੇ ਬੜੇ ਧਮਾਕੇ ਪਾਏ ਇਸ ਇੰਟਰਵਿਊ ਦੇ ਵਿੱਚ। ਪ੍ਰੋਸੀਕਿਊਟਰ ਜਨਰਲ ਸੀ ਉਹ, ਮਤਲਬ ਬਹੁਤ ਹਾਈ ਰੈਂਕਿੰਗ ਦੇ ਆਫੀਸਰ। ਜੀ। ਇਹਨਾਂ ਨੇ ਬੁਰਸਮਾ ਜਿਹੜੀ ਯੂਕਰੇਨ ਦੀ ਇੱਕ ਕੰਪਨੀ ਆ, ਉਹਦੇ ਬੋਰਡ ਆਫ ਡਾਇਰੈਕਟਰਸ ਤੇ ਹੰਟਰ ਬਾਈਡਨ ਵੀ ਬੈਠਾ ਸੀ। ਜਿਹੜੀ ਰਿਸ਼ਵਤ ਦੇ ਚਾਰਜ ਲੱਗੇ ਆ ਨਾ, ਪੈਸੇ ਖਾਣ ਦੇ ਚਾਰਜ ਲੱਗੇ ਆ, ਇਸੇ ਫਰਮ ਦੇ ਨਾਲ ਲੱਗੇ ਹੋਏ ਆ। ਤਾਂ ਉਸ ਫਰਮ, ਉਦੋਂ ਬਰਾਕ ਓਬਾਮਾ ਪ੍ਰੈਜ਼ੀਡੈਂਟ ਹੁੰਦੇ ਸੀ ਜੀ, ਤੇ ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਸੀ। ਇਹਨਾਂ ਨੇ ਜ਼ੋਰ ਪਾ ਕੇ ਆਪਣੇ ਯੂਕਰੇਨ ਦੀ ਸਰਕਾਰ ਤੇ ਕਿ ਆਹ ਇਨਵੈਸਟੀਗੇਸ਼ਨ ਖਤਮ ਕਰੋ। ਇਹ ਬੰਦੇ ਉਹ ਆ ਜਿਹੜੇ ਟਰੰਪ ਨੂੰ ਫੜ ਰਹੇ ਆ ਵੀ ਇਹਨੇ ਗਲਤ ਗੱਲਾਂ ਕੀਤੀਆਂ। ਖੁਦ ਇਹਨਾਂ ਨੇ, ਬਰਾਕ ਓਬਾਮਾ ਨੇ ਜ਼ੋਰ ਪਾਇਆ ਉਹਨਾਂ ਤੇ ਵੀ ਤੁਸੀਂ ਇਸ ਫਰਮ ਨੂੰ, ਇਸ ਕੰਪਨੀ ਦੀ ਇਨਵੈਸਟੀਗੇਸ਼ਨ ਨਹੀਂ ਕਰਨੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਰਿਸ਼ਵਤ ਖੋਰੀ ਦੇ ਵਿੱਚ ਫਸੇ ਹੋਏ ਆ। ਤਾਂ ਉਹਦੇ ਵਿੱਚ ਹੰਟਰ ਬਾਈਡਨ ਦਾ ਨਾਮ ਆਉਂਦਾ ਸੀ, ਨਾਲ ਹੀ ਉਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦਾ ਨਾਮ ਆਉਂਦਾ ਸੀ। ਉਹ ਤਿਆਰ ਸੀ, ਉਹਨਾਂ ਦੇ ਕੋਲ ਪੂਰੇ ਡਾਕੂਮੈਂਟ ਸੀ। ਪ੍ਰੋਸੀਕਿਊਟਰ ਜਨਰਲ ਕਹਿੰਦਾ ਵੀ ਮੈਂ ਤਾਂ ਪੂਰਾ ਕੇਸ ਬਣਾ ਲਿਆ ਸੀ, ਤਾਂ ਉੱਥੋਂ ਇਨਵੈਸਟੀਗੇਸ਼ਨ ਪਬਲਿਕ ਸ਼ੁਰੂ ਕਰਨੀ ਸੀ। ਤਾਂ ਉਹ ਚੋਂ ਧੜਾ ਪਤਾ ਲੱਗਣਾ ਸੀ ਵੀ ਯੂਐਸ ਦੇ ਬੰਦੇ ਕਿਹੜੇ ਇਨਵੋਲਵ ਆ, ਜਿਨ੍ਹਾਂ ਦੇ ਵਿੱਚ ਹਾਈਐਸਟ ਰੈਂਕ ਜਿਹੜਾ ਆ ਉਹ ਵਾਈਸ ਪ੍ਰੈਜ਼ੀਡੈਂਟ ਇਨਵੋਲਵ ਪਿਆ। ਕਿਉਂਕਿ ਹੰਟਰ ਬਾਈਡਨ ਬਹੁਤ ਮਾਰਦਾ ਸੀ ਉੱਥੇ ਛੱਡ ਕੇ ਵੀ ਮੈਂ ਤੁਹਾਡੀ ਵਾਈਸ ਪ੍ਰੈਜ਼ੀਡੈਂਟ ਨਾਲ ਗੱਲ ਕਰਾਉਣਾ, ਉਹ ਆਹ ਕਰਾ ਦੇਣਗੇ, ਉਹ ਆਹ ਕਰਾ ਦੇਣਗੇ। ਉਹਨਾਂ ਨੇ ਕਰਾਏ ਵੀ ਕੁਝ ਕੰਮ ਉਹਨਾਂ ਨੇ, ਤੇ ਉਹ ਕਹਿੰਦੇ ਵੀ ਮੈਨੂੰ ਕੱਢ ਦਿੱਤਾ, ਜੌਬ ਤੋਂ ਹੀ ਕੱਢ ਦਿੱਤਾ ਉਹਨਾਂ ਨੇ ਵੀ ਤੂੰ ਜਾ ਕੇ ਘਰ ਬੈਠ ਜੇ ਇਨਵੈਸਟੀਗੇਸ਼ਨ ਕਰਨੀ ਹੈ। ਅਕਸਰ ਲੋਕੀ ਸੁਣਦੇ ਹੋਣੇ ਆ ਜਿਹੜੇ ਪੰਜਾਬ ਦੇ ਵਿੱਚ ਜੇ ਕੋਈ
ਹਿੰਦੁਸਤਾਨ ਦੇ ਵਿੱਚ ਕਈ ਵਾਰੀ ਕੋਈ ਅਫਸਰ ਕਿਸੇ ਨੂੰ ਇਨਵੈਸਟੀਗੇਸ਼ਨ ਕਰਦੇ ਆ ਨਾ ਵੀ ਇਹ ਚ ਰਿਸ਼ਵਤ ਆ, ਇਹ ਚਾਹ ਆ, ਉਹਨਾਂ ਨੂੰ ਖੁੱਡੇ ਲਾਈਨ ਲਾਉਂਦੇ ਆ ਜਾਂ ਉਹਨਾਂ ਨੂੰ ਕੱਢ ਦਿੰਦੇ ਆ। ਇਹ ਇੱਥੇ ਵੀ ਦੁਨੀਆ ਦੀ ਵੱਡੀ ਡੈਮੋਕ੍ਰੇਸੀ ਕਹਿਣ ਵਾਲੇ ਆ, ਇਹਨਾਂ ਨੇ ਕਿਸੇ ਦੇਸ਼ ਤੇ ਇੰਨਾ ਪ੍ਰੈਸ਼ਰ ਪਾਇਆ ਕਿ ਉਹਨਾਂ ਨੂੰ ਆਪਣਾ ਪ੍ਰੋਸੀਕਿਊਟਰ ਜਨਰਲ ਕੱਢਣਾ ਪਿਆ। ਤੇ ਉਸ ਹੁਣ ਜੋ ਬਾਈਡਨ ਦੇ ਲਿੰਕ ਦੱਸਦੇ ਲੋਕਾਂ ਨੂੰ ਕਿ ਦਿਨੇ ਰਾਤ ਜੋ ਬਾਈਡਨ ਯੂਕਰੇਨ ਦੀ ਸਪੋਰਟ ਕਰ ਰਿਹਾ, ਇਹਦਾ ਕੋਈ ਨਾ ਕੋਈ ਹਿੱਤ ਪਰਸਨਲ ਵੀ ਹੈਗਾ ਹੈ। ਇੱਥੋਂ ਤੱਕ ਗਏ ਆ, ਹਾਲਾਂਕਿ ਇਹਨਾਂ ਨੂੰ ਪੱਕਾ ਪਤਾ ਆ, ਪੈਂਟਾਗਨ ਦੇ ਐਡਵਾਈਜ਼ਰ ਨਿੱਤ ਦੱਸਦੇ ਆ ਵੀ ਭਾਈ ਯੂਕਰੇਨ ਦੇ ਜਿੱਤਣ ਦੇ ਕੋਈ ਚਾਂਸ ਨਹੀਂ, ਇਹਨਾਂ ਤੋਂ ਨਹੀਂ ਜਿੱਤ ਹੋਣਾ, ਕੁਝ ਨਹੀਂ ਹੋਣਾ ਇਹਨਾਂ ਤੋਂ। ਪਰ ਫਿਰ ਵੀ ਜ਼ੈਲੈਂਸਕੀ ਜੋ ਵੀ ਮੰਗੀ ਜਾਂਦਾ ਉਹਨੂੰ ਦੇਣ ਲਈ ਤਿਆਰ ਆ, ਕਿਉਂਕਿ ਵੱਡੀ ਗੱਲ ਹੈਗੀ ਆ ਵੀ ਸਾਡੇ ਕਿਤੇ ਪੁਰਾਣੇ ਪਰਦੇ ਨਾ ਚੱਕੇ ਜਾਣ। ਕਿਸੇ ਨਾ ਕਿਸੇ ਦੇ ਦਿਮਾਗ ਦੇ ਵਿੱਚ ਆ ਗਿਆ ਅੱਜ ਤਾਂ ਜ਼ੈਲੈਂਸਕੀ ਉਹੀ ਕੁਝ ਕਰ ਰਿਹਾ ਜੋ ਯੂਐਸ ਵਾਲੇ ਚਾਹੁੰਦੇ ਆ। ਕੱਲ ਨੂੰ ਜ਼ੈਲੈਂਸਕੀ ਦੇ ਕੋਈ ਆਪੋਜੀਸ਼ਨ ਪਾਰਟੀ ਦਾ ਪ੍ਰੈਜ਼ੀਡੈਂਟ ਬਣ ਗਿਆ, ਉਹ ਕਹੇ ਕਿ ਬਰਸਮਾ ਜਿਹੜੀ ਕਾਰਪੋਰੇਸ਼ਨ ਆ ਉਹਨੂੰ ਇਨਵੈਸਟੀਗੇਸ਼ਨ ਕੀਤੀ ਜਾਵੇ, ਕਿਉਂਕਿ ਇਨਵੈਸਟੀਗੇਸ਼ਨ ਤੁਸੀਂ ਰੈਟਰੋਐਕਟਿਵ ਵੀ ਕਰ ਸਕਦੇ ਆ। ਇਹ ਜ਼ਰੂਰੀ ਨਹੀਂ ਵੀ 10 ਸਾਲ ਪਹਿਲਾਂ ਹੋਇਆ ਤਾਂ ਉਹਨੂੰ ਕਰ ਨਹੀਂ ਸਕਦੇ, ਉਹ ਕਰ ਸਕਦੇ ਆ। ਤੇ ਉਹਦੇ ਵਿੱਚ ਜੋ ਬਾਈਡਨ ਦਾ ਵੀ ਨਾਂ ਆਊਗਾ, ਬਰਾਕ ਓਬਾਮਾ ਦਾ ਇਸ ਕਰਕੇ ਆਊਗਾ ਕਿ ਬਰਾਕ ਓਬਾਮਾ ਨੇ ਪ੍ਰੈਸ਼ਰ ਪਾਇਆ ਸੀ ਵੀ ਇਹ ਇਨਵੈਸਟੀਗੇਸ਼ਨ ਹੋਣ ਨਹੀਂ ਦੇਣੀ। ਸੋ ਕਾਫੀ ਵੱਡੇ ਪੱਧਰ ਤੇ ਦੇਖੋ ਦੁਨੀਆ ਦੇ ਵਿੱਚ ਕੀ ਕੁਛ ਹੋ ਰਿਹਾ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਫਰਾਂਸ ਦੇ ਸਾਬਕਾ ਰਾਸ਼ਟਰਪਤੀ ਤੇ ਗਦਾਫੀ ਤੋਂ ਚੋਣ ਫੰਡ ਲੈਣ ਦੇ ਦੋਸ਼ ਦੇ ਵਿੱਚ 2025 ਚ ਮੁਕੱਦਮਾ ਚਲਾਇਆ ਜਾਣਾ। ਇਹ ਵੀ ਦੇਖੋ ਵੈਸਟਰਨ ਕੰਟਰੀਜ਼ ਦੀ ਆ ਗਈ ਨਾ ਗੱਲ ਵੀ ਜਿੱਥੇ ਰਿਸ਼ਵਤ, ਇਹ ਦੂਸਰਿਆਂ ਦੀ ਰਿਸ਼ਵਤ ਦੀ ਗੱਲ ਕਰਦੇ ਹੁੰਦੇ ਆ ਵੀ ਫਲਾਣੇ ਤਾਂ ਰਿਸ਼ਵਤ ਲੈਂਦੇ, ਫਲਾਣੇ ਤਾਂ ਲੈਂਦੇ ਆ। ਉਹਨਾਂ ਨੂੰ ਪਹਿਲਾਂ ਹੀ ਸਰਕੋਜ਼ੀ ਨੂੰ ਪਹਿਲਾਂ 2 ਮੁਕੱਦਮੇ ਉਹਨਾਂ ਤੇ ਚੱਲੇ ਆ, ਇਸ ਮੁਕੱਦਮੇ ਤੋਂ ਪਹਿਲਾਂ ਵੀ ਉਹਨਾਂ ਦੇ ਵਿੱਚ ਗਿਲਟੀ ਸਾਬਤ ਕੀਤਾ ਉਹਨਾਂ ਨੂੰ। ਇਹ ਜਦੋਂ ਇਲੈਕਸ਼ਨ ਹੋਈ ਸੀ, ਇਹ ਹਰੇ ਸਰਕੋਜ਼ੀ, ਉਸ ਵੇਲੇ ਮੋਮਾਰ ਖਦਾਫੀ ਜਿਹੜੇ ਲਿਬੀਆ ਦੇ ਲੀਡਰ ਸੀ, ਤੇ ਉਦੋਂ ਮੀਡੀਆ ਵਿੱਚ ਖਬਰਾਂ ਆਉਣ ਲੱਗ ਪਈਆਂ ਕਿ ਇਹਨਾਂ ਨੇ $50 ਮਿਲੀਅਨ ਲਿਆ ਉਤੋਂ ਆਪਣਾ ਕੈਂਪੇਨ ਰਨ ਕਰਨ ਲਈ। ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿੱਥੋਂ ਸ਼ੁਰੂ ਹੋਈ ਸੀ ਗੱਲਬਾਤ, ਕਿਹੜਾ ਬੰਦਾ ਮਿਲਿਆ ਉਹਨੂੰ ਜਾ ਕੇ, ਔਰ ਕਿੱਦਾਂ ਪੈਸਾ ਉਹਨੇ ਟ੍ਰਾਂਸਫਰ ਕੀਤਾ। ਉਹੀ ਮੋਮਾਰ ਗਦਾਫੀ ਆ ਜਿਹਨੂੰ ਅਮਰੀਕਾ ਵਾਲਿਆਂ ਨੇ ਬਾਅਦ ਦੇ ਵਿੱਚ ਮਰਵਾਤਾ ਸੀ ਜਾ ਕੇ, ਤੇ ਉੱਥੇ ਕੇਓਸ ਆ, ਉੱਥੇ ਲਾਅ ਐਂਡ ਆਰਡਰ ਗਿਆ ਆ, ਹੁਣ ਖਤਮ ਹੈ ਜੀ। ਤਾਂ ਉਸ ਬੰਦੇ ਨੇ $50 ਮਿਲੀਅਨ ਦਿੱਤਾ ਇਹਨਾਂ ਨੂੰ ਵੀ ਤੂੰ ਜਿੱਤ ਜਾ। ਇੱਕ ਹੀ ਟਰਮ ਰਹੇ ਉਹ, ਦੂਸਰੀ ਟਰਮ ਨਹੀਂ ਜਿੱਤੇ। ਪਰ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਿਸ਼ਵਤ ਨਹੀਂ ਹੈ ਨਾ, ਉਹ ਅਕਸਰ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ। ਹਾਂ, ਇਹ ਤੁਸੀਂ ਇੱਥੇ ਤੁਰੇ ਜਾਂਦੇ ਆ ਛੋਟੇ ਪੱਧਰ ਤੇ, ਇੱਕ ਪੁਲਿਸ ਵਾਲਾ ਰੋਕਦਾ, ਉਹ ਤੁਹਾਨੂੰ $20 ਲੈ ਕੇ ਨਹੀਂ ਛੱਡਦਾ। ਇਹ ਸਿਸਟਮ ਦੀ ਚੰਗੀ ਗੱਲ ਹੈਗੀ ਆ ਵੀ ਇਹ ਕਰਮਚਾਰੀਆਂ ਨੂੰ ਚੰਗੇ ਪੈਸੇ ਦਿੰਦੇ ਆ ਵੀ ਠੀਕ ਹੈ ਤੁਸੀਂ ਠੀਕ ਠਾਕ ਰਹੀ ਚੱਲੋ ਤੇ ਕੰਮ ਚੱਲੀ ਜਾਂਦਾ ਹੈ। ਉਹਦੇ ਨਾਲ ਆਮ ਜਨਤਾ ਫਿਰ ਦੁਖੀ ਹੋ ਜਾਂਦੀ। ਪਰ ਤੁਸੀਂ ਥੋੜਾ ਜਿਹਾ ਉੱਪਰ ਚੱਲ ਜਾਓ, ਕੋਈ ਵੀ ਡਿਫੈਂਸ ਕੰਟਰੈਕਟ ਸਾਡੇ ਕੈਨੇਡਾ ਦੇ ਵਿੱਚ ਇਹ ਨਹੀਂ, ਇਦਾਂ ਨਹੀਂ ਹੋਇਆ ਜਿਹਦੇ ਵਿੱਚ ਪੈਸੇ ਇੱਧਰ ਉੱਧਰ ਨਹੀਂ ਹੋਏ। ਦੂਜੇ ਵੀ ਇਹ ਡਿਫੈਂਸ ਕੰਟਰੈਕਟ ਇੱਕ ਪਹਿਲਾਂ ਉਹ ਬੰਦਾ ਆਰਮੀ ਦੇ ਵਿੱਚ ਹੀ ਹੁੰਦਾ ਸੀ ਤੇ ਫਿਰ ਉਹ ਰਿਪੋਰਟਰ ਬਣ ਗਿਆ ਜੀ, ਤੇ ਉਹਨੇ ਕਾਫੀ ਪੁਰਾਣੇ ਕੰਟਰੈਕਟ ਕੱਢ ਕੇ ਨਾ ਦਿਖਾੜੇ ਵੀ ਪੈਸਾ ਕਿੱਧਰੋਂ ਕਿੱਧਰ ਗਿਆ। ਯੂਐਸ ਦੇ ਵਿੱਚ ਪੈਂਟਾਗਨ ਨੇ ਇੱਕ ਵਾਰੀ ਇਨਵੈਸਟੀਗੇਸ਼ਨ ਕੀਤੀ ਇਹਨਾਂ ਦੀ ਪਬਲਿਕ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਜੀ। ਉਹ ਕਹਿੰਦੇ ਵੀ ਜਿਹੜਾ ਰੇਂਜ ਬਾਜ਼ਾਰ ਦੇ ਵਿੱਚੋਂ ਤੁਹਾਨੂੰ $20 ਦਾ ਮਿਲ ਜਾਂਦਾ, ਇਹਨਾਂ ਨੇ ਕਿਸੇ ਕੰਪਨੀ ਤੋਂ $2000 ਦਾ ਲਿਆ। ਵੀ ਉਹ ਪੈਸੇ ਕਿੱਥੇ ਗਏ? ਜਿਹੜੇ $1980 ਜਿਹੜੇ ਉਹ ਕਿਹਨੇ ਖਾਦੇ ਆ ਵਿੱਚੋਂ? ਚੋਰਾਂ ਦੇ ਕੱਪੜੇ, ਡਾਂਗਾਂ ਦੇ ਗੱਜ, ਪੈਸੇ ਲਈ ਜਾਂਦੇ ਆ। ਪੈਸੇ ਹੈਗੇ ਆ ਟੈਕਸ ਪੇਅਰਸ ਦੇ, ਜਿੰਨੇ ਉਹ ਮੰਗਦੇ ਉਹਨੇ ਹੀ ਦੇ ਦਿੰਦੇ ਆ। ਫਿਰ ਅਜੇ ਤਾਈਂ ਚਾਹੇ ਸਾਡੇ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਜਿਹਨੂੰ ਕਹਿੰਦੇ ਏਸ਼ੀਅਨ ਅਫਰੀਕਨ ਮੁਲਕਾਂ ਦੇ ਵਿੱਚ, ਜਦੋਂ ਵੀ ਕੋਈ ਕੰਮ ਸ਼ੁਰੂ ਹੁੰਦਾ ਆ ਉਹ ਕਦੇ
ਨਾ ਤਾਂ ਉਹਨਿਆਂ ਪੈਸਿਆਂ ਦੇ ਵਿੱਚ ਖਤਮ ਹੋਇਆ ਜਦੋਂ ਉਹਨੂੰ ਟੈਂਡਰ ਦੇ ਦਿੰਦੇ ਆ। ਹਾਲਾਂਕਿ ਟੈਂਡਰ ਮੰਗਣ ਦਾ ਮਤਲਬ ਹੀ ਇਹ ਹੁੰਦਾ ਫਿਕਸ ਹੋ ਵੀ ਗਿਆ ਤੁਸੀਂ ਸਾਨੂੰ ਦੱਸੋ ਵੀ ਕਿੰਨੇ ਪੈਸੇ ਲੱਗਣੇ ਆ, ਕਿਸ ਤਰੀਕੇ ਨਾਲ ਕੰਮ ਕਰਨਾ ਆ ਤੇ ਕਦੋਂ ਇਹ ਪੂਰਾ ਹੋਣਾ। ਬਿਲਕੁਲ ਦੋ ਗੱਲਾਂ ਤਾਂ ਜ਼ਰੂਰ ਹੋਣੀਆਂ ਚਾਹੀਦੀਆਂ ਵੀ ਦੱਸੋ ਪੈਸੇ ਕਿੰਨੇ ਲੱਗਣੇ ਆ ਤੇ ਕਦੋਂ ਪੂਰਾ ਹੋਣਾ, ਤੇ ਉਦੋਂ ਬਾਅਦ ਸਾਨੂੰ ਕੀ ਸਰਵਿਸਿਜ਼ ਦਿਓਗੇ। ਕਿਉਂਕਿ ਜੇ ਬ੍ਰਿਜ ਬਣਾ ਰਹੇ ਆ ਇਹਨੂੰ ਰਿਪੇਅਰ ਦੀ ਲੋੜ ਹੋਣੀ ਆ, ਅਸੀਂ ਕੋਈ ਜਹਾਜ਼ ਬਣਾ ਰਹੇ ਆ ਇਹਨੂੰ ਰਿਪੇਅਰ ਦੀ ਲੋੜ ਹੋਣੀ ਆ। ਇਹ ਗੱਲਾਂ ਦੇਖਣੀਆਂ ਪਹਿਲਾਂ ਹੀ ਪੈਣੀਆਂ, ਜਦੋਂ ਟੈਂਡਰ ਮਿਲਦੇ ਉਦੋਂ ਹੀ ਦੇਖਣੀਆਂ ਪੈਂਦੀਆਂ। ਅੱਜ ਤਾਈਂ ਕੋਈ ਵੀ ਟੈਂਡਰ ਵਾਲਾ ਇਦਾਂ ਦਾ ਨਹੀਂ ਮਿਲਿਆ ਤੁਹਾਨੂੰ ਜਿਹੜਾ ਕਿ ਪ੍ਰੋਡਕਟ ਪੈਸਿਆਂ ਦੇ ਵਿੱਚ ਬਣ ਗਿਆ ਹੋਵੇ, ਉਹਨੇ ਪੈਸਿਆਂ ਦੇ ਵਿੱਚ ਜਿੰਨਾ ਕਿਹਾ ਆ। ਤਾਂ ਦੂਜਾ ਉਹ ਟਾਈਮ ਸਿਰ ਬਣਿਆ ਹੋਵੇ ਜੀ। ਫਿਰ ਲੇਟ ਤਾਂ ਅਗਲੇ ਨੇ ਕੀਤਾ ਤਾਂ ਲੇਟ ਦਾ ਵੀ ਉਹਨੂੰ ਫਾਇਦਾ ਹੋ ਜਾਂਦਾ, ਉਹਨਾਂ ਨੂੰ ਫਾਇਦਾ ਹੁੰਦਾ। ਉਹ ਦੱਸਦੇ ਅੱਛਾ ਕੰਪਨੀਆਂ ਕੀ ਕਰਦੀਆਂ ਆ, ਪਿੱਛੇ ਜਿਹੇ ਵੈਨਕੂਵਰ ਆਈਲੈਂਡ ਦੀ ਕੰਪਨੀ ਸੀ ਇੱਕ, ਹਾਈਵੇ ਬਣਾ ਰਹੀ ਹੈ। ਪਹਿਲਾਂ ਤਾਂ ਲੇਟ ਹੋਏ ਆ ਵੈਸੇ ਹੀ, ਜਦੋਂ ਪਹਿਲਾਂ ਦੱਸਿਆ ਉਹਨਾਂ ਨੇ ਵੀ ਅਸੀਂ ਇੰਨੇ ਚਿਰ ਚ ਬਣਾ ਕੇ ਦੇਵਾਂਗੇ, ਦਿੱਤਾ ਨਹੀਂ। ਫਿਰ ਉਹ ਬਹਾਨਾ ਲਾ ਰਹੇ ਵੀ ਹੁਣ ਸਾਨੂੰ ਹੋਰ ਪੈਸੇ ਦਿਓ ਕਿਉਂਕਿ ਹੁਣ ਕੀਮਤਾਂ ਵੱਧ ਗਈਆਂ। ਉਹਨਾਂ ਨੂੰ ਪੁੱਛਿਆ ਜਾਵੇ ਵੀ ਜੇ ਤੁਸੀਂ ਪਹਿਲਾਂ ਜਿੱਦਾਂ ਸਾਨੂੰ ਪਲਾਨ ਦਿੱਤੀ ਸੀ, ਜੇ ਉਸ ਹਿਸਾਬ ਨਾਲ ਖਤਮ ਕਰਦੇ ਤਾਂ ਕੀਮਤਾਂ ਨਹੀਂ ਸੀ ਵਧਣੀਆਂ, ਉਸ ਸਮੇਂ ਦੇ ਵਿੱਚ ਨਹੀਂ ਵਧੀਆਂ। ਇਹ ਵਧੀਆਂ ਉਦੋਂ ਜਦੋਂ ਤੁਸੀਂ ਆਪਣੇ ਸਮੇਂ ਸਿਰ ਪੂਰਾ ਨਹੀਂ ਕੀਤਾ। ਅੱਛਾ ਫਿਰ ਜਿਹੜੀ ਸਰਵਿਸ ਦੇਣੀ ਹੁੰਦੀ ਆ ਉਹ ਤੋਂ ਮੁੱਕਰ ਜਾਂਦੇ ਆ ਜੀ। ਕੰਪਨੀਆਂ ਇੱਥੇ ਬਹੁਤ ਬਣੀ, ਤੁਸੀਂ ਦੇਖਿਓ ਇੱਥੇ ਸਾਡੀ ਕਮਿਊਨਿਟੀ ਛੋਟੀ ਛੋਟੀਆਂ ਕੰਪਨੀਆਂ, ਚਲੋ ਵੱਡੀਆਂ ਤਾਂ ਹੈ ਨਹੀਂ, ਜਿਹਦਾ ਕੋਈ ਜਹਾਜ਼ ਤਾਂ ਨਹੀਂ ਵੇਚਦੇ। ਨਵੀਂ ਕੰਪਨੀ ਬਣਦੀ ਆ, ਇੱਕ ਗਵਰਨਮੈਂਟ ਨੇ ਸਿੱਧਾ ਤੌਰ ਤੇ ਫਰਾਡ ਕਰਨਾ ਹੋਵੇ ਨਾ, ਉਹਨਾਂ ਨੇ ਆਪਣੇ ਆਪ ਹੀ ਇੰਟਰੋਡਿਊਸ ਕੀਤਾ ਹੈ। ਕੰਪਨੀ ਦੇ ਵਿੱਚ ਪਹਿਲਾਂ ਤਾਂ ਹੁੰਦਾ ਸੀ ਨਾਂ ਕੰਪਨੀ ਦਾ, ਹੁਣ ਹੈਗੀਆਂ ਨੰਬਰਡ ਕੰਪਨੀਜ਼। ਤੁਸੀਂ ਨੰਬਰ ਬਣਾ ਕੇ ਦੇ ਦਿਓ ਉਹਨਾਂ ਨੂੰ ਵੀ 1015 ਨੰਬਰ ਹੈ ਜੀ, 2015 ਨੰਬਰ ਹੈ। ਉਹ ਕੰਪਨੀ ਆਉਂਦੀ ਆ, ਕੰਪਨੀ ਲੋਨ ਲੈਂਦੀ ਆ, ਕੰਪਨੀ ਕੰਮ ਕਰਦੀ ਆ। ਜਦੋਂ ਉਹਨਾਂ ਦੀ ਆਬਲੀਗੇਸ਼ਨ ਆਉਂਦੀ ਆ, ਤੁਸੀਂ ਇੱਕ ਚੀਜ਼ ਬਣਾਈ ਆ, ਉਹਦੇ ਵਿੱਚ ਸਰਵਿਸ ਦੇਣੀ ਪੈਣੀ ਆ, ਉਹਦੀ ਗਾਰੰਟੀ ਦੇਣੀ ਪੈਣੀ ਆ। ਜਿੱਦਣ ਉਹਨਾਂ ਦਾ ਵਿਕ ਗਿਆ ਉਦਣ ਹੀ ਉਹ ਕੰਪਨੀ ਖਤਮ ਹੈ। ਸਾਰੇ ਪੈਸੇ ਉਹਦੇ ਕੱਢ ਕੇ ਇੱਕ ਨੰਬਰਾਂ ਤੇ ਹੋਰ ਬਣਾ ਲਈ ਕੰਪਨੀ। ਕੰਪਨੀ ਦੇ ਤੁਸੀਂ ਕਿਹਨੂੰ ਸੂ ਕਰੋਗੇ? ਉਸ ਕੰਪਨੀ ਨੂੰ ਜਿਹੜੀ ਕੰਪਨੀ ਹੋਣ ਚ ਹੀ ਨਹੀਂ ਹੁਣ। ਇਹ ਜਾਨੀ ਛੋਟੇ ਪੱਧਰ ਤੇ ਹੁੰਦਾ ਹੈ, ਸਾਡਾ ਕੰਮ ਹੀ ਨਹੀਂ ਗਾ ਜੀ, ਇਹ ਤਾਂ ਸਾਡਾ ਕੰਮ ਨਹੀਂ। ਤੁਹਾਡੀ ਛੱਤ ਲਾ ਕੇ ਚੱਲ ਗਏ ਨਾ, ਤੇ ਤੁਸੀਂ 2 ਮਹੀਨੇ ਬਾਅਦ ਕਹੋ ਵੀ ਇਹ ਤਾਂ ਚੋਂਦੀ ਆ, ਉਹ ਤਾਂ ਕੰਪਨੀ ਹੈ ਨਹੀਂ। ਤੁਸੀਂ ਕਿਹਦੀ ਗੱਲ ਕਰੀ ਜਾਂਦੇ ਆ? ਬਿਲਕੁਲ। ਸੋ ਕਈ ਹੇਰਾਫੇਰੀਆਂ ਛੋਟੇ ਪੱਧਰ ਤੋਂ ਔਰ ਵੱਡੇ ਪੱਧਰ ਤੋਂ ਹੀ ਆਹੀ ਕੁਝ ਚੱਲਦਾ ਜੀ। ਬਿਲਕੁਲ। ਹਾਂ ਠੀਕ ਹੈ, ਆਮ ਬੰਦੇ ਨੂੰ ਉਹ $10 ਨਹੀਂ ਦਿੰਦੇ, $15 ਜੇ ਤੁਸੀਂ ਕਿਸੇ ਦਫ਼ਤਰ ਦੇ ਵਿੱਚ ਜਾਂਦੇ ਆ, ਅਗਲਾ ਨਹੀਂ ਪੁੱਛਦਾ ਵੀ ਚਾਹ ਪਾਣੀ ਤੇ ਪਕੌੜੇ ਲੈ ਕੇ ਆ, ਉਹ ਵੀ ਪੁੱਛਣ ਲੱਗ ਪਣਗੇ। ਬਿਲਕੁਲ ਜੀ, ਬਿਲਕੁਲ ਹੋ ਜੂਗਾ ਜੀ, ਸ਼ੁਰੂ ਕਰ ਲੈਣਗੇ। ਤੇ ਅੱਜ ਦੇ ਸਾਡੇ ਵਿਚਾਰ ਦਾ ਸਮਾਂ ਹੋ ਗਿਆ ਜੀ। ਸਾਡਾ ਅੱਜ ਦਾ ਵਿਚਾਰ ਡਾਕਟਰ ਸਾਹਿਬ, ਲੋਕੀ ਮੰਗ ਮੰਗਾ ਕੇ ਆਪਣਾ ਬੋਲ ਬਣਾ ਕੇ ਬਹਿ ਗਏ ਨੇ। ਅਸਾਂ ਤਾਂ ਮਿੱਟੀ ਕਰ ਦਿੱਤਾ ਇਹ ਸੋਨਾ ਗਾਲ ਪੰਜਾਬੀ ਦਾ, ਜਿਹੜੇ ਆਖਣ ਵਿੱਚ ਪੰਜਾਬੀ ਵਸਤ ਨਹੀਂ ਤਹਿਜੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ। ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ, ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਕੱਲ ਨੂੰ ਇਸੇ ਪ੍ਰੋਗਰਾਮ ਦੇ ਵਿੱਚ ਡਾਕਟਰ ਸ਼ਿੰਦਰ ਪੂਰੇਵਾਲ ਜੀ ਦੇ ਨਾਲ ਹੋਰ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਵਿਚਾਰ ਚਰਚਾ ਕਰਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ, ਜਿਉਂਦੇ ਵਸਦੇ ਰਹੋ ਜੀ।